Dear students, ਅਸੀਂ ਸਿੰਪਲ ਹਾਰਮੋਨਿਕ ਮੋਸ਼ਨ ਦੇ ਨਾਲ ਰਿਲੇਟਡ ਕੁਝ ਡੈਫੀਨੇਸ਼ਨਸ ਨੇ ਜਿਵੇਂ ਟਾਈਮ ਪੀਰੀਅਡ ਐਂਡ ਫ੍ਰੀਕੁਐਂਸੀ ਇੱਥੋਂ ਅਸੀਂ ਅੱਜ ਸਟਾਰਟ ਕਰਾਂਗੇ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, time period and frequency of simple harmonic motion. In SHM, particle executes successive vibrations periodically. ਇੱਕ ਤੋਂ ਬਾਅਦ ਦੂਸਰੀ ਵਾਈਬ੍ਰੇਸ਼ਨ, ਤੀਸਰੀ ਵਾਈਬ੍ਰੇਸ਼ਨ, ਹਰੇਕ ਵਾਈਬ੍ਰੇਸ਼ਨ ਲਈ ਇੱਕ ਸਪੈਸੀਫਿਕ ਪੀਰੀਅਡ ਹੈ ਜਿਹੜਾ ਅਗਲੀ ਵਾਈਬ੍ਰੇਸ਼ਨ ਦੇ ਲਈ ਵੀ ਉਹੀ ਹੋਏਗਾ। ਇਸ ਨੂੰ ਅਸੀਂ ਕਹਿੰਦੇ ਹਾਂ ਵਾਈਬ੍ਰੇਸ਼ਨਸ ਆਰ ਬੀਇੰਗ ਐਗਜ਼ੀਕਿਊਟਡ ਸਕਸੈਸਿਵਲੀ, ਕਿਉਂਕਿ ਉਹੀ ਰੈਪੀਟੇਸ਼ਨਸ ਨੇ। ਇਸ ਕਰਕੇ ਇਹ ਜਿਹੜੀ ਪ੍ਰੋਸੈਸ ਇਹ ਪੀਰੀਓਡਿਕ ਹੈ ਜਾਂ ਰੈਪੀਟੀਟਿਵ ਹੈ। ਟਾਈਮ ਟੇਕਨ ਟੂ ਕੰਪਲੀਟ ਵਨ ਸੱਚ ਵਾਈਬ੍ਰੇਸ਼ਨ ਇਜ਼ ਕਾਲਡ ਟਾਈਮ ਪੀਰੀਅਡ। ਹੁਣ ਇੱਕ ਵਾਈਬ੍ਰੇਸ਼ਨ ਨੂੰ ਕੰਪਲੀਟ ਕਰਨ ਲਈ ਜਿੰਨਾ ਸਮਾਂ ਲੱਗਦਾ ਹੈ ਉਹ SHM ਦਾ ਟਾਈਮ ਪੀਰੀਅਡ ਹੈ। ਇੱਕ ਯੂਨਿਟ ਟਾਈਮ ਦੇ ਵਿੱਚ ਯੂਜੂਅਲੀ ਜਿਹੜਾ ਸਟੈਂਡਰਡ ਟਾਈਮ ਦਾ ਜਿਹੜਾ ਯੂਨਿਟ ਹੈ ਉਹ ਸੈਕਿੰਡ ਹੈ। SI ਸਿਸਟਮ ਦੇ ਵਿੱਚ 1 ਸੈਕਿੰਡ ਇਜ਼ ਟੇਕਨ ਐਜ਼ ਅ ਯੂਨਿਟ ਆਫ ਮੈਜ਼ਰਮੈਂਟ ਆਫ ਟਾਈਮ। ਇਸ ਕਰਕੇ ਅਸੀਂ ਕਾਊਂਟ ਕਰਦੇ ਹਾਂ ਕਿਸੇ ਗਿਵਨ ਸਿੰਪਲ ਹਾਰਮੋਨਿਕ ਮੋਸ਼ਨ ਦੇ ਲਈ ਵੀ 1 ਸੈਕਿੰਡ ਦੇ ਵਿੱਚ ਉਹ ਕਿੰਨੀਆਂ ਵਾਈਬ੍ਰੇਸ਼ਨਸ ਜਾਂ ਕਿੰਨੇ ਉਹਦੇ ਸਾਈਕਲਸ ਕੰਪਲੀਟ ਹੋ ਰਹੇ ਨੇ। ਉਹ ਜਿਹੜੀ ਗਿਣਤੀ ਹੈ number of such vibrations completed in 1 second is called frequency of vibration of simple harmonic motion. ਅਸੀਂ ਸਿੰਪਲ ਫ੍ਰੀਕੁਐਂਸੀ ਲਈ ਨਿਊ ਜਾਂ F ਦੋਨਾਂ ਚੋਂ ਕੋਈ ਵੀ ਯੂਜ਼ ਕਰ ਸਕਦੇ ਹਾਂ। ਸਾਨੂੰ ਇੱਕ ਚੀਜ਼ ਲਈ ਬੜਾ ਕੌਸ਼ਨ ਸਾਨੂੰ ਰੱਖਣੀ ਪਏਗੀ। ਅਸੀਂ ਫ੍ਰੀਕੁਐਂਸੀ ਤੇ ਐਂਗੂਲਰ ਫ੍ਰੀਕੁਐਂਸੀ ਦੇ ਵਿਚਕਾਰ ਸਾਨੂੰ ਡਿਸਟਿੰਕਸ਼ਨ ਨੂੰ ਸਮਝਣਾ ਪਏਗਾ। ਜਦੋਂ ਅਸੀਂ ਇਕੱਲੀ ਟਰਮ ਫ੍ਰੀਕੁਐਂਸੀ ਬੋਲਦੇ ਹਾਂ ਉਹ ਦਾ ਮਤਲਬ ਉਹ ਹੈ ਜਿਹੜੀ ਹੁਣੇ ਅਸੀਂ ਡਿਫਾਈਨ ਕੀਤੀ ਸੀ, ਨੰਬਰ ਆਫ ਵਾਈਬ੍ਰੇਸ਼ਨਸ ਕੰਪਲੀਟਡ ਇਨ 1 ਸੈਕਿੰਡ। ਜਦੋਂ ਅਸੀਂ ਐਂਗੂਲਰ ਫ੍ਰੀਕੁਐਂਸੀ ਕਹਿਣਾ ਹੈ ਤਾਂ ਇਹਨੂੰ ਡਿਫਾਈਨ ਕਰਨ ਦੇ ਲਈ, ਇਹਨੂੰ ਸਮਝਣ ਦੇ ਲਈ ਸਾਨੂੰ ਐਂਗੂਲਰ ਵੈਲੋਸਿਟੀ 'ਤੇ ਜਾਣਾ ਪਏਗਾ। ਬੇਸਿਕਲੀ ਐਂਗੂਲਰ ਫ੍ਰੀਕੁਐਂਸੀ ਤੇ ਐਂਗੂਲਰ ਵੈਲੋਸਿਟੀ ਜਿਹੜੀਆਂ ਨੇ ਉਹ ਸੇਮ ਚੀਜ਼ ਦਾ ਹੀ ਨਾਂ ਨੇ। ਅਸੀਂ ਵੈਲੋਸਿਟੀ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ? ਰੇਟ ਆਫ ਚੇਂਜ ਆਫ ਪੋਜੀਸ਼ਨ ਵਿਦ ਰਿਸਪੈਕਟ ਟੂ ਟਾਈਮ। ਜਦੋਂ ਕੋਈ ਆਬਜੈਕਟ ਲੀਨੀਅਰ ਮੋਸ਼ਨ ਦੇ ਵਿੱਚ ਹੈ ਅਸੀਂ ਉਹਦੀ ਲੀਨੀਅਰ ਵੈਲੋਸਿਟੀ ਡਿਫਾਈਨ ਕਰਦੇ ਹਾਂ। ਲੀਨੀਅਰ ਵੈਲੋਸਿਟੀ ਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ ਹੈ? ਰੇਟ ਆਫ ਚੇਂਜ ਆਫ ਪੋਜੀਸ਼ਨ ਜਾਂ ਡਿਸਪਲੇਸਮੈਂਟ ਕਵਰਡ ਪਰ ਯੂਨਿਟ ਟਾਈਮ। ਐਂਗੂਲਰ ਵੈਲੋਸਿਟੀ ਨੂੰ ਅਸੀਂ ਕਿਵੇਂ ਡਿਫਾਈਨ ਕਰਾਂਗੇ? ਉੱਥੇ ਸਾਡੇ ਕੋਲ ਸਿਰਫ ਇੱਕ ਚੇਂਜ ਆਏਗੀ। ਲੀਨੀਅਰ ਵੈਲੋਸਿਟੀ ਦੇ ਵਿੱਚ ਅਸੀਂ ਲੀਨੀਅਰ ਡਿਸਪਲੇਸਮੈਂਟ ਨੂੰ ਕੰਸੀਡਰ ਕਰਦੇ ਹਾਂ ਡਿਫਾਈਨ ਕਰਨ ਦੇ ਲਈ। ਐਂਗੂਲਰ ਵੈਲੋਸਿਟੀ ਦੇ ਕੇਸ ਦੇ ਵਿੱਚ ਅਸੀਂ ਐਂਗੂਲਰ ਡਿਸਪਲੇਸਮੈਂਟ ਨੂੰ ਕੰਸੀਡਰ ਕਰਾਂਗੇ। ਫਾਰ ਐਗਜ਼ਾਮਪਲ ਤੁਸੀਂ ਆਹ ਇੱਕ ਸਰਕਲ ਦੇਖ ਰਹੇ ਹੋ, ਇਹ ਆਪਾਂ ਕਿਸੇ ਪਾਰਟੀਕਲ ਦਾ ਰੋਟੇਟਰੀ ਮੋਸ਼ਨ ਨੂੰ ਅਸੀਂ ਟਰੈਕ ਕਰ ਰਹੇ ਹਾਂ। ਸਪੋਜ਼ ਪਾਰਟੀਕਲ ਇਜ਼ ਰਿਵੋਲਵਿੰਗ ਇਨ ਅ ਸਰਕਲ। ਇਹ ਸਰਕਲ ਦਾ ਸੈਂਟਰ ਕਿਤੇ ਇਸ ਪੁਆਇੰਟ ਤੇ ਲਾਈ ਕਰਦਾ ਹੈ। ਇਹ ਪਾਰਟੀਕਲ ਦੀ ਜਿਹੜੀ ਪੋਜੀਸ਼ਨ ਹੈ ਅਸੀਂ ਲੋਕੇਟ ਕਰਨੀ ਹੋਵੇ ਤਾਂ ਆਪਣੇ ਆਪ ਨੂੰ ਅਸੀਂ ਓਰੀਜਨ ਤੇ ਰੱਖ ਕੇ ਇਸ ਪਾਰਟੀਕਲ ਨੂੰ ਅਸੀਂ ਓਬਜ਼ਰਵ ਕਰਾਂਗੇ ਤਾਂ ਜਿਹੜਾ ਪੋਜੀਸ਼ਨ ਵੈਕਟਰ ਹੁੰਦਾ ਹੈ ਆਲਵੇਜ਼ ਇਟ ਸਟਾਰਟਸ ਫਰੋਮ ਓਰੀਜਨ ਐਂਡ ਇਟ ਹੈਡਸ ਐਟ ਦਾ ਪੁਆਇੰਟ ਆਫ ਪਾਰਟੀਕਲ। ਜਿਸ ਪੁਆਇੰਟ ਤੇ ਪਾਰਟੀਕਲ ਹੈਗਾ, ਜਿਵੇਂ ਅਸੀਂ ਇਸ ਡਾਟ ਕੋਈ ਪਾਰਟੀਕਲ ਨੂੰ ਦਿਖਾਉਣ ਲਈ ਵਰਤੀ ਹੈ, ਇਹਦਾ ਜੇ ਪੋਜੀਸ਼ਨ ਵੈਕਟਰ ਕਿੱਥੋਂ ਸਟਾਰਟ ਹੋਏਗਾ ਫਰੋਮ ਓਰੀਜਨ ਤੇ ਕਿੱਥੇ ਟਰਮੀਨੇਟ ਹੋਏਗਾ ਇਸ ਪੁਆਇੰਟ ਤੇ। ਆਹ ਜਿਹੜਾ ਐਰੋ, ਆਹ ਜਿਹੜਾ ਵੈਕਟਰ ਹੈ ਇਸ ਪਾਰਟੀਕਲ ਦਾ ਪੋਜੀਸ਼ਨ ਵੈਕਟਰ ਕਦੋਂ ਹੋਏਗਾ? ਜਦੋਂ ਪਾਰਟੀਕਲ ਇਸ ਪੁਆਇੰਟ ਤੇ ਹੋਏਗੀ। ਸਪੋਜ਼ ਪਾਰਟੀਕਲ ਮੂਵ ਕਰ ਰਿਹਾ, ਕਿਸੇ ਵੇਲੇ ਇੱਥੇ ਪਹੁੰਚ ਰਿਹਾ ਤਾਂ ਹੁਣ ਪੋਜੀਸ਼ਨ ਵੈਕਟਰ ਕਿੱਥੋਂ ਸਟਾਰਟ ਹੋਏਗਾ? ਓਰੀਜਨ ਤੋਂ। ਉਹ ਪੋਜੀਸ਼ਨ ਵੈਕਟਰ ਹੁਣ ਇਸ ਤਰ੍ਹਾਂ ਹੋਏਗਾ। ਇਹਦਾ ਮਤਲਬ ਜਦੋਂ ਪਾਰਟੀਕਲ ਆਪਣੇ ਸਰਕਮਫਰੈਂਸ਼ੀਅਲ ਜਿਹੜਾ ਉਹਦਾ ਪਾਥ ਹੈ
ਉਸ ਤੇ ਇਸ ਪੁਆਇੰਟ ਤੋਂ ਦੂਸਰੇ ਤੇ ਜਾਂਦਾ ਹੈ ਤਾਂ ਉਹਦਾ ਜਿਹੜਾ ਪੋਜੀਸ਼ਨ ਵੈਕਟਰ ਹੈ ਉਹ ਟਰਨ ਕਰ ਰਿਹਾ, ਉਹ ਇੱਕ ਐਂਗਲ ਟਰਵਰਸ ਕਰ ਰਿਹਾ। ਉਹ ਐਂਗਲ ਪਹਿਲਾਂ ਇੱਥੇ ਸੀ ਪਾਰਟੀਕਲ ਦਾ ਪੋਜੀਸ਼ਨ ਵੈਕਟਰ, ਹੁਣ ਉਹ ਇੱਥੇ ਸੀ। ਦਾ ਮਤਲਬ ਇਸ ਪੋਜੀਸ਼ਨ ਵੈਕਟਰ ਨੇ ਇੱਕ ਐਂਗਲ ਟਰਵਰਸ ਕੀਤਾ, ਇੱਕ ਏਰੀਆ ਸਵੀਪ ਕੀਤਾ ਹੈ। ਇਹੀ ਇਹਦੀ ਐਂਗੂਲਰ ਡਿਸਪਲੇਸਮੈਂਟ ਹੈ। ਇਸ ਪਾਰਟੀਕਲ ਨੇ ਕਿੰਨੀ ਐਂਗੂਲਰ ਡਿਸਪਲੇਸਮੈਂਟ ਕਵਰ ਕੀਤੀ ਹੈ? ਜਿੰਨਾ ਇਹਦੇ ਰੇਡੀਅਸ ਵੈਕਟਰ ਨੇ ਐਂਗਲ ਸਵੀਪ ਕੀਤਾ, ਐਂਗਲ ਸਵੈਪਟ ਕੀਤਾ ਹੈ, ਉਹ ਐਂਗਲ ਨੂੰ ਅਸੀਂ ਐਂਗੂਲਰ ਡਿਸਪਲੇਸਮੈਂਟ ਕਹਿੰਦੇ ਆ। ਜਦੋਂ ਇਹ ਪਾਰਟੀਕਲ ਆਪਣੇ ਇਸ ਪੁਆਇੰਟ ਤੋਂ ਸਪੋਜ਼ ਇਸ ਪੁਆਇੰਟ ਤੇ ਚਲਾ ਜਾਏਗਾ ਤਾਂ ਇਹਦੀ ਐਂਗੂਲਰ ਡਿਸਪਲੇਸਮੈਂਟ ਕਿੰਨੀ ਹੋਏਗੀ? ਜਿੰਨਾ ਨੇ ਐਂਗਲ ਟਰਵਰਸ ਕੀਤਾ ਹੈ, ਇਹਨੂੰ ਅਸੀਂ 90 ਡਿਗਰੀ ਕਹਿ ਸਕਦੇ ਹਾਂ। ਪਰ ਜਦੋਂ ਵੀ ਅਸੀਂ ਡਿਸਟੈਂਸਸ ਦੇ ਕੰਟੈਕਸਟ ਦੇ ਵਿੱਚ ਐਂਗਲ ਨੂੰ ਅਸੀਂ ਲਿਖਣਾ ਹੈ ਜਾਂ ਨਿਊਮੈਰੀਕਲਸ ਦੇ ਵਿੱਚ ਯੂਜ਼ ਕਰਨਾ ਹੈ, ਉਦੋਂ ਜਿਹੜੀ ਵੈਲਿਊ ਹੈ ਹਮੇਸ਼ਾ ਐਂਗਲ ਦੀ ਰੇਡੀਅਨਸ ਦੇ ਵਿੱਚ ਵਰਤੀ ਜਾਂਦੀ ਹੈ। ਇਹ ਤੁਹਾਨੂੰ ਸਟਿਕ ਕਰਨਾ ਪਏਗਾ, ਯਾਦ ਰੱਖਣਾ ਪਏਗਾ। ਜਦੋਂ ਵੀ ਕਿਸੇ ਨਿਊਮੈਰੀਕਲ ਦੇ ਵਿੱਚ ਡਿਸਟੈਂਸਸ ਦੇ ਨਾਲ ਇੱਕ ਰਿਲੇਸ਼ਨ ਦੇ ਵਿੱਚ ਐਂਗਲ ਆਉਂਦਾ ਹੈ ਤਾਂ ਐਂਗਲ ਦੀ ਜਿਹੜੀ ਵੈਲਿਊ ਤੁਸੀਂ ਡਿਗਰੀਜ਼ ਦੇ ਵਿੱਚ ਨਹੀਂ ਪੁੱਟ ਕਰੋਗੇ, ਯੂ ਹੈਵ ਟੂ ਕਨਵਰਟ ਇਟ ਇਨਟੂ ਰੇਡੀਅਨਸ। ਦੇਅਰਫੋਰ ਅਸੀਂ ਪਾਰਟੀਕਲ ਦੀ ਗੱਲ ਕਰ ਰਹੇ ਹਾਂ ਵੀ ਉਹ ਇੱਕ ਪੁਆਇੰਟ ਤੋਂ ਇਸ ਪੁਆਇੰਟ ਤੇ ਜਦੋਂ ਜਾਂਦਾ ਹੈ ਤਾਂ ਉਹਦੀ ਐਂਗੂਲਰ ਡਿਸਪਲੇਸਮੈਂਟ ਕਿੰਨੀ ਹੋਈ ਹੈ, ਉਹਨੇ ਕਵਰ ਕੀਤੀ ਹੈ, ਇਟ ਇਜ਼ π/2 ਰੇਡੀਅਨ। ਜਦੋਂ ਪਾਰਟੀਕਲ ਇੱਥੇ ਪਹੁੰਚ ਜਾਏਗਾ ਇਹਦੀ ਡਿਸਪਲੇਸਮੈਂਟ ਕਿੰਨੀ ਹੋ ਜਾਏਗੀ? ਐਂਗੂਲਰ ਡਿਸਪਲੇਸਮੈਂਟ ਬੋਲਾਂਗੇ ਉਹਦੀ, ਐਂਗੂਲਰ ਡਿਸਪਲੇਸਮੈਂਟ ਇਟ ਵਿਲ ਬੀ π ਰੇਡੀਅਨ। ਜਦੋਂ ਇਹ ਪਾਰਟੀਕਲ ਇੱਥੇ ਪਹੁੰਚ ਜਾਏਗਾ ਤਾਂ ਇਹਦੇ ਵਿੱਚ π ਦੇ ਵਿੱਚ π/2 ਹੋਰ ਐਂਗਲ ਐਡ ਹੋ ਜਾਏਗਾ, ਇਟ ਵਿਲ ਬਿਕਮ 3π/2। ਜਦੋਂ ਪਾਰਟੀਕਲ ਇੱਥੇ ਪਹੁੰਚ ਜਾਏਗਾ π/2 ਹੋਰ ਐਡ ਹੋ ਜਾਏਗਾ, ਇਟ ਵਿਲ ਬਿਕਮ 2π। ਇਹਦਾ ਮਤਲਬ ਜਦੋਂ ਇੱਕ ਪਾਰਟੀਕਲ ਆਪਣਾ ਇੱਕ ਰੋਟੇਸ਼ਨ ਜਾਂ ਰੈਵੋਲੂਸ਼ਨ ਕੰਪਲੀਟ ਕਰ ਲੈਂਦਾ ਹੈ, ਉਹ ਉਸੇ ਪੋਜੀਸ਼ਨ ਤੇ ਆ ਜਾਂਦਾ ਹੈ ਜਿੰਨੇ ਟਾਈਮ 'ਚ ਇਹ ਇੱਥੇ ਪਹੁੰਚ ਗਿਆ ਦੁਬਾਰ ਤੋਂ। ਇਹ ਇਹਦਾ ਟਾਈਮ ਪੀਰੀਅਡ ਹੈ। ਇੰਨੇ ਟਾਈਮ ਦੇ ਵਿੱਚ ਉਹਨੇ ਲੀਨੀਅਰ ਡਿਸਪਲੇਸਮੈਂਟ ਉਹਦੀ ਕਿੰਨੀ ਹੋ ਗਈ? 0, ਕਿਉਂਕਿ ਡਿਸਪਲੇਸਮੈਂਟ ਲੀਨੀਅਰ ਕੀ ਹੁੰਦੀ ਹੈ? ਚੇਂਜ ਇਨ ਪੋਜੀਸ਼ਨ। ਅਸੀਂ ਡਿਸਪਲੇਸਮੈਂਟ ਨੂੰ ਕਿਸੇ ਟਾਈਮ ਇੰਟਰਵਲ ਦੇ ਵਿੱਚ ਦੇਖਦੇ ਹਾਂ। ਪਾਰਟੀਕਲ ਇਸ ਪੁਆਇੰਟ ਤੋਂ ਇੱਥੇ ਪਹੁੰਚ ਗਿਆ, ਇਸ ਟਾਈਮ ਨੂੰ ਅਸੀਂ ਟਾਈਮ ਪੀਰੀਅਡ ਕਹਿੰਦੇ ਹਾਂ, ਕਿਉਂਕਿ ਰੈਪੀਟੇਸ਼ਨ ਸ਼ੁਰੂ ਹੋ ਜਾਣੀ, ਨੈਕਸਟ ਸਾਈਕਲ ਸ਼ੁਰੂ ਹੋ ਜਾਣਾ। ਅਸੀਂ ਟਾਈਮ ਪੀਰੀਅਡ ਇੱਥੇ ਡਿਫਾਈਨ ਕੀਤਾ ਹੈ, ਟਾਈਮ ਟੇਕਨ ਟੂ ਕੰਪਲੀਟ ਵਨ ਵਾਈਬ੍ਰੇਸ਼ਨ, ਜਾਂ ਇੱਕ ਸਾਈਕਲ ਪੂਰਾ ਕਰਨ ਲਈ ਜਿੰਨਾ ਟਾਈਮ ਲੱਗਦਾ ਹੈ। ਇੱਕ ਪਾਰਟੀਕਲ ਨੇ ਇੱਕ ਸਰਕਲ ਕੰਪਲੀਟ ਕਰ ਲਿਆ, ਇੱਕ ਸਾਈਕਲ ਕੰਪਲੀਟ ਕਰ ਲਿਆ, ਉਹਦੀ ਲੀਨੀਅਰ ਉਹ ਉਸੇ ਪੁਆਇੰਟ ਤੇ ਆ ਗਿਆ ਜਿੱਥੋਂ ਚੱਲਿਆ ਸੀ। ਚੇਂਜ ਇਨ ਪੋਜੀਸ਼ਨ ਹੁਣ 0 ਹੋ ਗਈ, ਕਿੰਨੇ ਟਾਈਮ ਦੇ ਵਿੱਚ? ਓਵਰ ਏ ਟਾਈਮ ਪੀਰੀਅਡ, ਓਵਰ ਏ ਟਾਈਮ ਪੀਰੀਅਡ, ਜਿਹਨੂੰ ਅਸੀਂ ਆਮ ਤੌਰ ਤੇ ਕੈਪੀਟਲ T ਨਾਲ ਰਿਪਰੈਜ਼ੈਂਟ ਕਰਦੇ ਹਾਂ। ਤਾਂ ਤੁਹਾਨੂੰ ਕੋਈ ਪੁੱਛੇ ਵੀ ਲੀਨੀਅਰ ਡਿਸਪਲੇਸਮੈਂਟ ਟਾਈਮ ਪੀਰੀਅਡ ਦੇ ਵਿੱਚ ਕਿੰਨੀ ਹੋ ਗਈ? ਇਹਨੇ ਟਾਈਮ ਇਕੁਅਲ ਟੂ ਟਾਈਮ ਪੀਰੀਅਡ, ਇਟ ਵਿਲ ਬੀ 0, ਕਿਉਂਕਿ ਪਾਰਟੀਕਲ ਉਸੇ ਪੁਆਇੰਟ ਤੇ ਆ ਗਿਆ। ਬਟ ਐਂਗੂਲਰ ਡਿਸਪਲੇਸਮੈਂਟ ਕਿੰਨੀ ਕਵਰ ਹੋਗੀ ਉਹਦੀ? ਇਟ ਇਜ਼ 2π ਰੇਡੀਅਨ, ਇਟ ਇਜ਼ 2π ਰੇਡੀਅਨ। Therefore, ਐਵਰੇਜ ਵੈਲੋਸਿਟੀ, ਜੇ ਅਸੀਂ ਕੁਝ ਅਸੀਂ ਲਾਸਟ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਜਿਹੜੀ ਵੈਲੋਸਿਟੀ ਹੈ, ਜਦੋਂ ਕਿਸੇ ਪਾਰਟੀਕਲ ਦੀ ਅਸੀਂ ਮੈਜ਼ਰ ਕਰਨੀ ਹੈ ਤਾਂ ਇੱਕ ਪਰਟੀਕੂਲਰ ਇਨਸਟੈਂਟ ਤੇ ਜਦੋਂ ਵੈਲੋਸਿਟੀ ਨੋਟ ਕੀਤੀ ਜਾਂਦੀ ਹੈ ਉਹ ਇਨਸਟੈਂਟੇਨੀਅਸ ਵੈਲੋਸਿਟੀ ਹੁੰਦੀ ਹੈ। ਉਹਦੇ ਵਿੱਚ ਜਿਹੜਾ ਟਾਈਮ ਇੰਟਰਵਲ ਹੁੰਦਾ ਹੈ ਉਹ ਤੇ ਇੱਕ ਲਿਮਿਟ ਲਗਾਈ ਜਾਂਦੀ ਹੈ ਵੀ ਦੈਟ ਟਾਈਮ ਇੰਟਰਵਲ ਇਜ਼ ਇਨਫਿਨਾਈਟੈਸੀਮਲੀ ਸਮਾਲ। ਮੈਥਮੈਟਿਕਲੀ ਉਸ ਟਾਈਮ ਇੰਟਰਵਲ ਤੇ ਇੱਕ ਲਿਮਿਟ ਲਾਉਣੇ ਆ ਵੀ ਇਹ ਟਾਈਮ ਇੰਟਰਵਲ ਇੰਨਾ ਛੋਟਾ, ਇਟ ਇਜ਼ ਵੈਰੀ ਵੈਰੀ ਕਲੋਜ਼ ਟੂ 0। ਅਸੀਂ ਕੈਰੋ ਮਾਰਕ ਲਾ ਕੇ, ਜਿਵੇਂ ਅਸੀਂ ਲਿਮਿਟ ਐਂਡ ਕੰਟੀਨਿਊਟੀ ਦੇ ਵਿੱਚ ਲਿਮਿਟ ਨੂੰ ਰਿਪਰੈਜ਼ੈਂਟ ਕਰਦੇ ਹਾਂ, ਕਿਸੇ ਵੀ ਪੈਰਾਮੀਟਰ ਦੀ ਲਿਮਿਟ ਨੂੰ ਰਿਪਰੈਜ਼ੈਂਟ ਕਰਦੇ ਹਾਂ, ਉਸੇ ਟਾਈਮ ਇੰਟਰਵਲ ਦਾ ਜਿਹੜਾ ਲਿਮਿਟ ਇਨਸਟੈਂਟੇਨੀਅਸ ਵੈਲੋਸਿਟੀ ਡਿਫਾਈਨ ਕਰਨ ਲਈ ਸਰ ਕਿੰਨੀ ਹੋ ਜਾਂਦੀ ਹੈ? ਵੈਰੀ ਵੈਰੀ ਸਮਾਲ, ਇਨਫਿਨਾਈਟੈਸੀਮਲੀ ਸਮਾਲ। ਜਦੋਂ ਟਾਈਮ ਇੰਟਰਵਲ ਫਿਨਾਈਟ ਹੋ ਜਾਂਦਾ ਹੈ ਉਦੋਂ ਵੈਲੋਸਿਟੀ ਇੱਕ ਇਨਸਟੈਂਟ ਤੇ ਨਹੀਂ ਮੈਜ਼ਰ ਹੋਏਗੀ, ਉਦੋਂ ਉਸ ਪਾਰਟੀਕਲ ਦੀ, ਉਸ ਬਾਡੀ ਦੀ ਜਿਹੜੀ ਵੈਲੋਸਿਟੀ ਉਸ ਟਾਈਮ ਇੰਟਰਵਲ ਦੇ ਉੱਪਰ ਉਹਦੀ ਐਵਰੇਜ ਵੈਲੋਸਿਟੀ ਹੋਏਗੀ। ਇਸ ਕਰਕੇ ਅਸੀਂ ਉਸ ਟਾਈਮ ਇੰਟਰਵਲ ਤੇ ਬਾਡੀ ਦੀ ਟੋਟਲ ਡਿਸਪਲੇਸਮੈਂਟ ਦੇਖਦੇ ਹਾਂ ਕਿੰਨੀ ਹੋਈ ਹੈ,
कि उस डिसप्लेसमेंट ਨੂੰ ਅਸੀਂ ਉਸ ਟਾਈਮ ਇੰਟਰਵਲ ਨਾਲ ਡਿਵਾਈਡ ਕਰਦੇ ਹਾਂ ਤੇ ਜਿਹੜੀ ਰੇਸ਼ੋ ਹੋਏਗੀ ਇਟ ਵਿਲ ਗਿਵ ਅਸ ਐਵਰੇਜ ਵੈਲੋਸਿਟੀ ਓਵਰ ਦੈਟ ਪਰਟੀਕੂਲਰ ਇੰਟਰਵਲ ਟਾਈਮ ਇੰਟਰਵਲ। ਇਸ ਕਰਕੇ ਇੱਥੇ ਅਸੀਂ ਗੱਲ ਨੂੰ ਡਿਸਕਸ ਕਰ ਰਹੇ ਹਾਂ ਕਿ ਸਾਨੂੰ ਇੱਕ ਪਾਰਟੀਕਲ ਸਰਕੂਲਰ ਮੋਸ਼ਨ ਦੇ ਵਿੱਚ ਹੈ, ਸਾਨੂੰ ਕੋਈ ਪੁੱਛੇ ਵੀ ਇਹਦੀ ਐਵਰੇਜ ਵੈਲੋਸਿਟੀ ਦੱਸੋ ਜੀ ਕਿੰਨੇ ਟਾਈਮ ਤੇ। ਜਦੋਂ ਵੀ ਸਾਨੂੰ ਕੋਈ ਐਵਰੇਜ ਵੈਲੋਸਿਟੀ ਪੁੱਛਦਾ ਸਭ ਤੋਂ ਪਹਿਲਾਂ ਸਾਨੂੰ ਪੁੱਛਣਾ ਪਏਗਾ ਵੀ ਸਾਨੂੰ ਟਾਈਮ ਇੰਟਰਵਲ ਦੱਸਿਆ ਜਾਵੇ। ਠੀਕ ਹੈ, ਟੈਲ ਅਸ ਦਾ ਟਾਈਮ ਇੰਟਰਵਲ ਓਵਰ ਵਿਚ ਸਮਵਨ ਵਾਂਟ ਟੂ know the value of average velocity। ਤੇ ਸਾਨੂੰ ਕਿਹਾ ਜਾਂਦਾ ਹੈ ਵੀ ਪਾਰਟੀਕਲ ਸਰਕਲ ਦੇ ਵਿੱਚ ਘੁੰਮ ਰਿਹਾ, ਇਹਦੀ ਐਵਰੇਜ ਵੈਲੋਸਿਟੀ ਦੱਸੋ ਓਵਰ ਅ ਟਾਈਮ ਇਕੁਅਲ ਟੂ ਇਟਸ ਟਾਈਮ ਪੀਰੀਅਡ। ਟਾਈਮ ਪੀਰੀਅਡ ਜਿੰਨਾ ਜਿਹੜਾ ਇੰਟਰਵਲ ਹੈ ਉਹਨੇ ਚ ਪਾਰਟੀਕਲ ਕਿੱਥੇ ਆ ਜਾਂਦਾ ਹੈ, ਵਾਪਸ ਉਸੇ ਪੋਜੀਸ਼ਨ 'ਚ। ਤਾਂ ਚੇਂਜ ਇਨ ਪੋਜੀਸ਼ਨ ਤਾਂ ਫਿਰ ਹੋਈ ਨਾ, ਜ਼ੀਰੋ ਹੋ ਗਈ। ਦੇਅਰਫੋਰ ਐਵਰੇਜ ਵੈਲੋਸਿਟੀ ਓਵਰ a time equal to time period of rotation of a particle कितनी हो जाएगी, जीरो हो जाएगी। पर एंगुलर वेलोसिटी जीरो नहीं होएगी। एंगुलर वेलोसिटी कितनी होएगी, एंगुलर वेलोसिटी ਨੂੰ डिफाइन करने ਲਈ ਕੀ ਲਿਖਣਾ ਪਏਗਾ, velocity is displacement upon time। एंगुलर वेलोसिटी ਕੀ ਹੋਏਗੀ, एंगुलर displacement upon time। therefore एंगुलर वेलोसिटी ओमेगा, ਇਹ ਟਰਮ ਨੂੰ ਅਸੀਂ एंगुलर फ्रीक्वेंसी ਵੀ ਕਹਿੰਦੇ ਆ। एंगुलर वेलोसिटी ਨੂੰ ਅਸੀਂ ਐਂਗੂਲਰ ਫ੍ਰੀਕੁਐਂਸੀ ਵੀ ਕਹਿ ਦਿੰਦੇ ਹਾਂ, ਸਿੰਬਲ ਓਮੇਗਾ। ਤਾਂ ਕਿਉਂਕਿ ਐਂਗੂਲਰ ਵੈਲੋਸਿਟੀ ਹੈ, ਐਂਗੂਲਰ ਡਿਸਪਲੇਸਮੈਂਟ ਅਪੋਨ ਟਾਈਮ ਅਸੀਂ ਜਾਣਬੁੱਝ ਕੇ ਓਮੇਗਾ ਲਈ ਇਹਨੂੰ ਡਿਫਾਈਨ ਕਰਨ ਦੇ ਲਈ ਅਸੀਂ ਜਾਣਬੁੱਝ ਕੇ ਟਾਈਮ ਇੰਟਰਵਲ ਉਹਨਾਂ ਲੈ ਲਿਆ ਜਿੰਨਾ ਇੱਕ ਸਰਕੂਲੇਸ਼ਨ ਦਾ ਹੈ। ਇਹਦੇ 'ਚ ਐਂਗਲ ਕਿੰਨਾ ਟਰਵਰਸ ਹੋ ਗਿਆ, ਐਂਗੂਲਰ ਡਿਸਪਲੇਸਮੈਂਟ 2π। ਦੇਅਰਫੋਰ ਸਾਡੇ ਕੋਲੇ ਇੱਕ ਡਿਸਪਲੇਸਮੈਂਟ ਵੀ ਸਾਨੂੰ ਪਤਾ ਹੈ ਵੀ ਜਦੋਂ ਇੱਕ ਸਰਕੂਲੇਸ਼ਨ ਕੰਪਲੀਟ ਹੋ ਗਈ ਐਂਗਲ 2π ਟਰਵਰਸ ਹੋ ਗਿਆ, ਇਸ ਟਾਈਮ ਨੂੰ ਅਸੀਂ ਟਾਈਮ ਪੀਰੀਅਡ ਬੋਲਦੇ ਹਾਂ। ਜੇ ਤੁਹਾਨੂੰ ਕੋਈ ਕਹੇ ਵੀ ਓਮੇਗਾ ਡਿਫਾਈਨ ਕਰੋ ਜਦੋਂ ਪਾਰਟੀਕਲ ਸੈਮੀ ਸਰਕਲ ਪਾਥ ਕੰਪਲੀਟ ਕਰਦਾ ਹੈ, ਉਸ ਟਾਈਮ ਦੇ ਵਿੱਚ ਫਿਰ ਸਾਡੇ ਕੋਲ ਐਂਗਲ ਕਿੰਨਾ ਟਰਵਰਸ ਹੋਏਗਾ, ਪਾਈ, ਤੇ ਟਾਈਮ ਕਿੰਨਾ ਲੱਗੇਗਾ, ਹਾਫ ਆਫ ਦਾ ਟਾਈਮ ਪੀਰੀਅਡ। ਤਾਂ ਪਾਈ ਅਪੋਨ t/2 ਹੋ ਜਾਏਗਾ। ਵੀ ਸ਼ੈਲ ਗੈਟ ਸੇਮ ਐਕਸਪ੍ਰੈਸ਼ਨ ਫਾਰ ਐਂਗੂਲਰ ਵੈਲੋਸਿਟੀ। therefore omega ਕਿਹੜੇ ਪਾਰਟੀਕਲ ਦਾ, ਜਿਹੜਾ ਪਾਰਟੀਕਲ ਸਰਕੂਲਰ ਮੋਸ਼ਨ ਦੇ ਵਿੱਚ ਇਟ ਇਜ਼ ਇਕੁਅਲ ਟੂ 2π ਅਪੋਨ t। so it is the difference between angular frequency omega and simple ਜਿਹੜੀ ਟਰਮ ਫ੍ਰੀਕੁਐਂਸੀ ਹੈ ਨਿਊ। ਓਮੇਗਾ ਤੇ ਨਿਊ ਦੇ ਵਿੱਚ ਵੀ ਰਿਲੇਸ਼ਨ ਹੈ ਇੱਕ, ਉਹ ਰਿਲੇਸ਼ਨ ਦੇ ਲਈ ਸਾਨੂੰ t ਤੇ ਫ੍ਰੀਕੁਐਂਸੀ 'ਚ ਰਿਲੇਸ਼ਨ ਦੇਖਣਾ ਪਏਗਾ। ਅਸੀਂ ਇਸ ਚੀਜ਼ ਨੂੰ ਮੈਂ ਹਾਈਲਾਈਟ ਕਰਨ ਦੇ ਲਈ ਇਸ ਨੂੰ ਇੰਪੋਰਟੈਂਟ ਲਿਖਿਆ। ਸੋ ਦਿਸ ਪਾਰਟੀਕਲ ਇਨ ਟਾਈਮ t it executes one rotation. Accordingly the projection of this particle in time t, ਅਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ, ਪਾਰਟੀਕਲ ਸਰਕਲ ਦੇ ਵਿੱਚ ਘੁੰਮ ਰਿਹਾ, ਇੱਕ ਸਰਕੂਲੇਸ਼ਨ ਕੰਪਲੀਟ ਕਰਨ ਲਈ ਕਿੰਨਾ ਟਾਈਮ ਲੱਗਦਾ ਹੈ, ਕੈਪੀਟਲ T। ਪਾਰਟੀਕਲ ਇੱਕ ਰੋਟੇਸ਼ਨ ਕੰਪਲੀਟ ਕਰ ਰਿਹਾ, ਇੰਨੇ ਸਮੇਂ ਦੇ ਵਿੱਚ ਇਹਦਾ ਪ੍ਰੋਜੈਕਸ਼ਨ ਇੱਕ ਵਾਈਬ੍ਰੇਸ਼ਨ ਕੰਪਲੀਟ ਕਰਦਾ ਹੈ। ਦੇਅਰਫੋਰ ਟਾਈਮ ਜਿੰਨਾ ਇੱਕ ਰੋਟੇਸ਼ਨ ਨੂੰ ਕੰਪਲੀਟ ਕਰਨ ਦੇ ਲਈ ਲੱਗਦਾ ਹੈ, ਜਿੰਨਾ ਟਾਈਮ ਪੀਰੀਅਡ ਰੋਟੇਸ਼ਨ ਲਈ ਹੈ, ਉਨਾ ਹੀ ਪਾਰਟੀਕਲ ਦੇ ਪ੍ਰੋਜੈਕਸ਼ਨ ਨੂੰ ਇੱਕ ਵਾਈਬ੍ਰੇਸ਼ਨ ਕੰਪਲੀਟ ਕਰਨ ਦੇ ਲਈ ਉਹ ਟਾਈਮ ਲੱਗ ਰਿਹਾ। ਸੋ ਫ੍ਰੀਕੁਐਂਸੀ ਆਫ ਰੋਟੇਸ਼ਨ ਕਿੰਨੀ ਹੋ ਜੀ, ਕਿਉਂਕਿ ਰੈਸੀਪ੍ਰੋਕਲ ਹੁੰਦਾ ਟਾਈਮ ਪੀਰੀਅਡ ਦਾ। ਫ੍ਰੀਕੁਐਂਸੀ ਇਜ਼ ਰੈਸੀਪ੍ਰੋਕਲ ਆਫ ਟਾਈਮ ਪੀਰੀਅਡ। ਕਿਉਂਕਿ ਰੋਟੇਸ਼ਨ ਲਈ ਵੀ ਟਾਈਮ ਪੀਰੀਅਡ ਸੇਮ ਹੈ, t ਹੈ, ਤਾਂ ਫ੍ਰੀਕੁਐਂਸੀ ਆਫ ਰੋਟੇਸ਼ਨ 1/t ਹੋ ਜਾਏਗੀ, ਕਿਉਂਕਿ ਉਨੇ ਟਾਈਮ ਦੇ ਵਿੱਚ ਪ੍ਰੋਜੈਕਸ਼ਨ ਵੀ ਤਾਂ ਇੱਕ ਵਾਈਬ੍ਰੇਸ਼ਨ ਕੰਪਲੀਟ ਕਰਦਾ ਹੈ। ਤਾਂ ਇਸ ਪ੍ਰੋਜੈਕਸ਼ਨ ਨੂੰ ਇੱਕ ਵਾਈਬ੍ਰੇਸ਼ਨ ਕੰਪਲੀਟ ਕਰਨ ਲਈ ਕਿੰਨਾ ਟਾਈਮ ਲੱਗਦਾ, ਉਨਾ ਹੀ t ਲੱਗਦਾ ਹੈ। ਇਸ ਕਰਕੇ ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ ਇਜ਼ ਆਲਸੋ 1/t। ਦੇਅਰਫੋਰ f ਜਾਂ ਨਿਊ 1/t ਹੈ। ਅਸੀਂ ਇਸੇ ਰਿਲੇਸ਼ਨ ਤੋਂ 2π into 1/t ਨੂੰ ਅਸੀਂ f ਲਿਖ ਸਕਦੇ ਹਾਂ। ਦੇਅਰਫੋਰ ਓਮੇਗਾ ਇਜ਼ ਇਕੁਅਲ ਟੂ 2π f ਜਾਂ 2π ਨੂੰ। ਦਿਸ ਇਜ਼ ਦਾ ਰਿਲੇਸ਼ਨ ਬਿਟਵੀਨ angular frequency and frequency।
ਦ ਨੈਕਸਟ ਪੁਆਇੰਟ ਇਜ਼ ਸਿੰਪਲ ਹਾਰਮੋਨਿਕ ਮੋਸ਼ਨ ਦੇ ਪਿੱਛੇ ਕਾਜ਼ ਕੀ ਹੈ? SHM ਟੂ ਐਂਡ ਫਰੋ ਹੈ। ਟੂ ਐਂਡ ਫਰੋ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਵੀ ਟੂ ਐਂਡ ਫਰੋ ਦੇ ਵਿੱਚ ਇੱਕ ਮੇਨ ਪੋਜੀਸ਼ਨ ਹੈ, ਦੋ ਐਕਸਟ੍ਰੀਮ ਪੋਜੀਸ਼ਨਸ ਨੇ। ਐਕਸਟ੍ਰੀਮ ਪੋਜੀਸ਼ਨ ਤੋਂ ਪਾਰਟੀਕਲ ਨੂੰ ਕੰਪੈਲ ਕੀਤਾ ਜਾਂਦਾ ਵਾਪਸ ਮੀਨ ਵੱਲ ਆਉਣ ਦੇ ਲਈ। ਤਾਂ ਕਿਹੜੀ ਏਜੰਟ ਹੈ, ਕਿਹੜੀ ਏਜੰਸੀ ਹੈ ਜਿਹੜਾ ਪਾਰਟੀਕਲ ਨੂੰ ਕੰਪੈਲ ਕਰ ਰਿਹਾ ਤਾਂ ਕਿ ਉਹ ਮੀਨ ਤੋਂ ਅਵੇ ਹੁੰਦਾ ਹੁੰਦਾ ਵਾਪਸ ਮੁੜਨ ਲੱਗ ਪਏ? ਦੈਟ ਏਜੰਟ ਦਾ ਨਾਂ ਕੀ ਹੈ? ਰਿਸਟੋਰਿੰਗ ਫੋਰਸ। ਕਿਉਂਕਿ ਰਿਸਟੋਰਿੰਗ ਫੋਰਸ ਕੀ ਹੈ? ਇੱਕ ਪਾਰਟੀਕਲ ਜਾਂ ਇੱਕ ਸਿਸਟਮ, ਇੱਕ ਜਨਰਲ ਜਿਹੜਾ ਕੰਟੈਕਸਟ ਦੇ ਵਿੱਚ ਅਸੀਂ ਇੱਕ ਸਿਸਟਮ ਬੋਲਾਂਗੇ, ਸਿਸਟਮ ਨੂੰ ਅਸੀਂ ਡਿਫਾਰਮ ਕਰ ਰਹੇ ਹਾਂ। ਸਪੋਜ਼ ਕੋਈ ਏਜੰਟ ਹੈ, ਉਹ ਸਿਸਟਮ ਨੂੰ ਡਿਫਾਰਮ ਕਰ ਰਿਹਾ। ਅੱਗੇ ਸਿਸਟਮ ਕੋਲੇ ਕੋਈ ਕਰੈਕਟਰਿਸਟਿਕ ਹੈਗਾ, ਕੋਈ ਪ੍ਰੋਪਰਟੀ ਹੈਗੀ ਹੈ ਆਪਣੀ ਜਿਹੜੀ ਫਾਰਮ ਹੈ ਉਹਨੂੰ ਰਿਟੇਨ ਕਰਨ ਦੀ। once a system is deformed, it may or may not return to its original shape, original configuration। ਜਿਹੜਾ ਸਿਸਟਮ ਕੋਸ਼ਿਸ਼ ਕਰਦਾ ਹੈ ਆਪਣੀ ਪਹਿਲੀ ਹਾਲਤ ਦੇ ਵਿੱਚ ਆਉਣ ਲਈ, ਉਹ ਸਿਸਟਮ ਨੂੰ ਅਸੀਂ ਇਲਾਸਟਿਕ ਸਿਸਟਮ ਕਹਿੰਦੇ ਹਾਂ। ਜਿਹੜਾ ਕੋਸ਼ਿਸ਼ ਨਹੀਂ ਕਰਦਾ, that system is known as a plastic system। ਤੇ ਇਸ ਪ੍ਰੋਪਰਟੀ ਨੂੰ ਅਸੀਂ ਪਲਾਸਟਿਸਿਟੀ ਬੋਲਦੇ ਹਾਂ। The property by which a system does not tend to return back to its original shape, original configuration। ਪਰ ਜਿਹੜਾ ਸਿਸਟਮ ਆਪਣੀ original configuration deform ਕਰਤੀ ਸੀ, ਕਾਹਦੇ ਨਾਲ? ਇੱਕ ਫੋਰਸ ਲਾਈ ਸੀ ਬਾਹਰੋਂ, ਉਸ ਫੋਰਸ ਨੂੰ ਅਸੀਂ deforming force ਕਹਿੰਦੇ ਹਾਂ। ਟਾਰਕ ਵੀ ਹੋ ਸਕਦਾ ਹੈ, ਉਹ ਜਿਹੜੀ ਏਜੰਸੀ ਹੈ ਉਹ ਟਾਰਕ ਵੀ, ਅਸੀਂ ਸਪਰਿੰਗ ਹੈ, ਅਸੀਂ ਉਹਨੂੰ ਉਹਦੀ ਲੈਂਥ ਵੀ ਵਧਾ ਸਕਦੇ ਹਾਂ, ਅਸੀਂ ਉਹਨੂੰ ਜਿਵੇਂ ਕੱਪੜਾ ਨਿਚੋੜਦੇ ਹਾਂ ਸਪਰਿੰਗ ਨੂੰ ਉਵੇਂ ਵੀ ਘੁਮਾ ਸਕਦੇ ਹਾਂ। ਤਾਂ ਜਦੋਂ ਅਸੀਂ ਕੱਪੜਾ ਨਿਚੋੜਨ ਵਾਂਗੂ ਸਪਰਿੰਗ ਨੂੰ ਘੁਮਾਈਏ, ਉਦੋਂ ਅਸੀਂ ਟਾਰਕ ਲਾ ਰਹੇ ਹੁੰਦੇ ਹਾਂ, ਉਦੋਂ ਟਾਰਕ ਲਾ ਰਹੇ ਹਾਂ। ਉਸ ਟਾਰਕ ਨੂੰ ਅਸੀਂ ਡਿਫਾਰਮਿੰਗ ਟਾਰਕ ਕਹਾਂਗੇ। ਤੁਸੀਂ ਦੇਖਿਆ ਹੋਊਗਾ ਸਪਰਿੰਗ ਨੂੰ ਘੁਮਾ ਕੇ, ਆਪਣੀ ਲਾਈਫ ਦੇ ਵਿੱਚ ਜ਼ਰੂਰ ਦੇਖਿਆ ਹੋਏਗਾ। ਜਿਉਂ ਹੀ ਅਸੀਂ ਉਹ ਡਿਫਾਰਮਿੰਗ ਟਾਰਕ ਨੂੰ ਵਿਦਡਰਾਅ ਕਰਦੇ ਹਾਂ, ਸਪਰਿੰਗ ਦੁਬਾਰੇ ਉਸੇ ਪਾਸੇ ਨੂੰ ਘੁੰਮ ਜਾਂਦਾ ਜਿਸ ਪਾਸੇ ਉਸ ਨੂੰ ਡਿਫਾਰਮ ਕੀਤਾ ਸੀ। ਕਿਉਂਕਿ ਜਿਹੜਾ ਸਪਰਿੰਗ ਹੈ, ਬੀਇੰਗ ਇਲਾਸਟਿਕ, ਇਟ ਟੈਂਡ ਟੂ ਰੀਗੇਨ ਇਟਸ ਓਰੀਜਨਲ ਕਨਫੀਗਰੇਸ਼ਨ। ਮੇਰਾ ਇੱਥੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਨਹੀਂ ਵੀ ਸਿਰਫ ਇੱਕ ਏਜੰਸੀ ਫੋਰਸ ਹੀ ਹੈ ਜਿਹਦੇ ਨਾਲ ਅਸੀਂ ਸਿਸਟਮ ਨੂੰ ਡਿਫਾਰਮ ਕਰ ਸਕੀਏ। ਹੋਰ ਵੀ ਏਜੰਸੀਜ਼ ਨੇ, ਜਿਵੇਂ ਟਾਰਕ ਵੀ ਇੱਕ ਕੁਆਂਟਿਟੀ ਹੈ ਜਿਹਦੇ ਨਾਲ ਅਸੀਂ ਸਿਸਟਮ ਨੂੰ ਡਿਫਾਰਮ ਕਰ ਸਕਦੇ ਹਾਂ। ਸੋ ਟੂ ਐਂਡ ਫਰੋ ਮੋਸ਼ਨ ਦੇ ਵਿੱਚ ਪਾਰਟੀਕਲ ਨੂੰ ਐਕਸਟ੍ਰੀਮ ਪੋਜੀਸ਼ਨ ਤੋਂ ਵਾਪਸ ਮੀਨ ਵੱਲ ਨੂੰ ਲੈ ਕੇ ਆਉਣਾ, ਇਹ ਤਾਂ ਹੋਏਗਾ ਜੇ ਉਹ ਸਿਸਟਮ ਦੇ ਕੋਲੇ ਪ੍ਰੋਪਰਟੀ ਹੋਏਗੀ। ਉਹ ਪ੍ਰੋਪਰਟੀ ਇਲਾਸਟਿਸਿਟੀ ਕਰਕੇ ਵੀ ਹੋ ਸਕਦੀ ਹੈ, ਉਹ ਪ੍ਰੋਪਰਟੀ ਗ੍ਰੈਵੀਟੇਸ਼ਨਲ ਪੁੱਲ ਆਫ ਅਰਥ ਕਰਕੇ ਵੀ ਇੱਕ ਕੰਪੋਨੈਂਟ ਬਣ ਸਕਦੀ ਹੈ। ਜੋ ਵੀ ਹੈ, ਜਿਹੜਾ ਹੀ ਫੋਰਸ, ਜਿਹੜਾ ਟਾਰਕ ਸਿਸਟਮ ਨੂੰ ਵਾਪਸ ਆਪਣੀ ਓਰੀਜਨਲ ਪੋਜੀਸ਼ਨ 'ਚ, ਉਹ ਪੋਜੀਸ਼ਨ ਜਦੋਂ ਜਿੱਥੇ ਉਹ ਅਨਡਿਸਟਰਬਡ ਪੋਜੀਸ਼ਨ ਦੇ ਵਿੱਚ ਆਪਣੇ ਆਪ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਏਜੰਟ ਸਿਸਟਮ ਨੂੰ ਵਾਪਸ ਉਸੇ ਪੁਆਇੰਟ 'ਤੇ ਲਿਆਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਸਾਡੇ ਕੋਲ ਇੱਕ ਰਿਸਟੋਰਿੰਗ ਏਜੰਟ ਹੈ। ਟੂ ਵੀ ਵੈਰੀ ਸਪੈਸੀਫਿਕ, ਜਿਸ ਐਗਜ਼ਾਮਪਲ ਨੂੰ ਲੈ ਕੇ ਅਸੀਂ ਥੋੜ੍ਹੀ ਅੱਗੇ ਡਿਸਕਸ਼ਨ ਕਰਾਂਗੇ, ਉੱਥੇ ਸਾਡੇ ਕੋਲ ਇੱਕ ਸਪਰਿੰਗ ਦੇ ਨਾਲ ਮਾਸ ਅਟੈਚ ਕੀਤਾ ਹੋਏਗਾ ਅਤੇ ਉਸ ਮਾਸ ਨੂੰ ਅਸੀਂ ਕੰਟਰੈਕਟ ਕਰ ਸਕਾਂਗੇ ਜਾਂ ਇਲੋਂਗੇਟ ਕਰ ਸਕਾਂਗੇ। ਫਿਰ ਅਸੀਂ ਜਿਹੜੀ ਫੋਰਸ ਲਾਈ ਉਹਨੂੰ ਵਿਦਡਰਾਅ ਕਰਾਂਗੇ, ਉੱਥੇ ਜਿਹੜਾ ਸਿਸਟਮ ਨੂੰ ਆਪਣੀ ਮੀਨ ਵੱਲ ਲੈ ਕੇ ਆਏਗਾ, ਉਹ ਸਾਡੇ ਕੋਲ ਰਿਸਟੋਰਿੰਗ ਫੋਰਸ ਹੋਏਗੀ। ਦੇਅਰਫੋਰ ਇੱਥੇ ਸਿਰਫ ਅਸੀਂ ਕਹਾਂਗੇ ਵੀ ਰਿਸਟੋਰਿੰਗ ਫੋਰਸ ਹੈ ਜਿਹੜੀ ਇਲਾਸਟਿਸਿਟੀ, ਸਪਰਿੰਗ ਦੇ ਅੰਦਰ ਇਲਾਸਟਿਸਿਟੀ ਕਰਕੇ ਬਣਦੀ ਹੈ, ਉਸ ਕਰਕੇ ਜਿਹੜੀ ਬਾਡੀ ਹੈ ਉਹ ਮੀਨ ਵੱਲ ਨੂੰ ਆਉਂਦੀ ਹੈ, ਰਿਟਰਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਫਸਟ ਇੰਪੋਰਟੈਂਟ ਪੈਰਾਮੀਟਰ which is necessary for a system to move to and fro, it is the restoring force। this force must develop within the system। ਜਿਹੜਾ ਵਾਈਬ੍ਰੇਟਿੰਗ ਸਿਸਟਮ ਹੈ, ਜਿਸ ਨੂੰ ਚਾਹੁੰਦੇ ਹਾਂ ਅਸੀਂ ਵੀ ਕਿ ਉਹ ਵਾਈਬ੍ਰੇਟ ਕਰੇ, ਉਹਦਾ ਮੋਸ਼ਨ ਸਿੰਪਲ ਹਾਰਮੋਨਿਕ ਬਣੇ, ਉਹਦਾ ਮੋਸ਼ਨ ਟੂ ਐਂਡ ਫਰੋ ਬਣੇ,
then that system must be characterized by a property, जिस property करके ਉਹਦੇ ਅੰਦਰ ਇੱਕ restoring force develop ਹੋਵੇ ਤਾਂ ਕਿ ਉਹ force ਜਿਉਂ ਹੀ system disturb ਹੋਵੇ ਉਹ ਸਿਸਟਮ ਨੂੰ ਆਪਣੀ ਓਰੀਜਨਲ ਹਾਲਤ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ। ਦਿਸ ਇਜ਼ ਦਾ ਫਰਸਟ ਕੰਡੀਸ਼ਨ ਫਾਰ ਅ ਸਿਸਟਮ ਟੂ ਬਿਕਮ ਸਿੰਪਲ ਹਾਰਮੋਨਿਕ। ਸੈਕੰਡ ਪ੍ਰੋਪਰਟੀ ਕੀ ਹੋਣੀ ਚਾਹੀਦੀ ਹੈ? ਉਹ ਵੈਸੇ ਹਰੇਕ ਸਿਸਟਮ ਕੋਲੇ ਹੁੰਦੀ ਹੈ। ਇਟ ਇਜ਼ ਦਾ ਪ੍ਰੋਪਰਟੀ ਆਫ ਇਨਰਸ਼ੀਆ ਆਫ ਮੋਸ਼ਨ ਵਿਚ ਡਜ਼ ਨਾਟ ਅਲਾਉ ਦਾ ਬੋਡੀ ਟੂ ਕਮ ਟੂ ਰੈਸਟ ਸਟੇਟ ਇਮੀਡੀਏਟਲੀ। ਆਹ ਲਾਈਨਸ ਨੇ ਜਿਹਦੇ ਵਿੱਚ ਅਸੀਂ ਡਿਸਕਸ ਕਰ ਰਹੇ ਹਾਂ ਵੀ ਪਹਿਲੀ ਚੀਜ਼ ਰਿਸਟੋਰਿੰਗ ਫੋਰਸ ਚਾਹੀਦੀ ਹੈ, ਨੈਕਸਟ ਜਿਹੜੀ ਚੀਜ਼ ਹੈ ਪ੍ਰੋਪਰਟੀ ਆਫ ਇਨਰਸ਼ੀਆ। ਇਹ ਹਰੇਕ ਆਬਜੈਕਟ ਕੋਲੇ ਹੈਗੀ ਹੈ, ਕਿਸੇ ਵੀ ਤਰ੍ਹਾਂ ਦਾ ਆਬਜੈਕਟ ਕਿਉਂ ਨਾ ਹੋਵੇ। ਐਵਰੀ ਆਬਜੈਕਟ ਇਨ ਦਿਸ ਯੂਨੀਵਰਸ possess inertia of rest as well as inertia of motion। ਕੋਈ ਵੀ ਬਾਡੀ ਆਪਣੀ ਰੈਸਟ ਸਟੇਟ ਆਪਣੇ ਆਪ ਨਹੀਂ ਛੱਡਦੀ, ਨਾ ਹੀ ਕੋਈ ਬਾਡੀ ਆਪਣੀ ਜਿਹੜੀ ਸਟੇਟ ਆਫ ਮੋਸ਼ਨ ਆਫ ਯੂਨੀਫਾਰਮ ਮੋਸ਼ਨ, ਇਹਨੂੰ ਅਸੀਂ ਕਰੈਕਟ ਕਰੀਏ, ਪ੍ਰਸਾਈਜ਼ ਕਰੀਏ। ਜਿਹੜਾ inertia of motion ਕੀ ਹੈ? No body in this universe tend to leave its state of uniform motion ਕਦੋਂ ਤੱਕ? unless it is acted upon by some force from outside। ਜਿਹੜੀ ਇਹਦੇ ਮੋਸ਼ਨ ਨੂੰ, ਯੂਨੀਫਾਰਮ ਮੋਸ਼ਨ ਨੂੰ ਨਾਨ ਯੂਨੀਫਾਰਮ ਕਰੇਗੀ, ਜਾਂ ਤਾਂ ਉਹ ਵੈਲੋਸਿਟੀ ਇਨਕਰੀਜ਼ ਕਰੇਗੀ ਜਾਂ ਫਿਰ ਯੂਨੀਫਾਰਮ ਵੈਲੋਸਿਟੀ ਨੂੰ ਡਿਕਰੀਜ਼ ਕਰੇਗੀ। ਸੋ SHM ਦੇ ਵਿੱਚ ਖਾਸ ਕਰਕੇ ਇੱਕ ਮਕੈਨੀਕਲ ਮੋਸ਼ਨ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਵੀ ਸਿੰਪਲ ਹਾਰਮੋਨਿਕ ਮੋਸ਼ਨ ਜਾਂ ਸਿੰਪਲ ਹਾਰਮੋਨਿਕ ਜਿਹੜੀਆਂ ਵਾਈਬ੍ਰੇਸ਼ਨਸ ਨੇ ਉਹਦੇ ਵਿੱਚ ਸਾਡੇ ਕੋਲ ਇੱਕ ਮਕੈਨੀਕਲ ਆਬਜੈਕਟ ਆਪਣੀ ਮੀਨ ਦੇ ਦੋਨੇ ਪਾਸੇ ਮੂਵ ਕਰੇਗਾ। ਉਹਦੇ ਅੰਦਰ ਐਕਸਚੇਂਜ ਆਫ એનર્ਜੀਜ਼ ਟੇਕਸ ਪਲੇਸ। ਅਸੀਂ ਨੋਟ ਦੇ ਕੇ ਦੱਸ ਰਹੇ ਹਾਂ ਇੱਥੇ, ਮਿਊਚੁਅਲ ਐਕਸਚੇਂਜ ਆਫ ਕਿਨੈਟਿਕ ਐਂਡ ਪੋਟੈਂਸ਼ੀਅਲ એનર્ਜੀ ਆਫ ਦਾ ਵਾਈਬ੍ਰੇਟਿੰਗ ਪਾਰਟੀਕਲ ਸਸਟੇਨਸ the particle to remain in SHM until its energy is used in overcoming some opposing force। ਇੱਕ ਪੈਂਡੂਲਮ ਨੂੰ ਅਸੀਂ ਸਸਪੈਂਡ ਕਰ ਦਿੰਦੇ ਹਾਂ, ਜਦੋਂ ਮੀਨ ਚੋਂ ਪਾਸ ਕਰਦਾ ਹੈ ਮੈਕਸਿਮਮ ਵੈਲੋਸਿਟੀ ਨਾਲ ਪਾਸ ਕਰਦਾ ਹੈ, ਉਹਦੇ ਕੋਲੇ ਮੈਕਸਿਮਮ ਕਿਨੈਟਿਕ એનર્ਜੀ ਹੁੰਦੀ ਹੈ, ਉਹ ਓਵਰਸ਼ੂਟ ਕਰਦਾ ਹੈ, ਆਪਣੀ ਪੋਜੀਸ਼ਨ ਐਕਸਟ੍ਰੀਮ ਤੇ ਚਲਾ ਜਾਂਦਾ ਹੈ ਕਿਉਂਕਿ ਉੱਥੇ ਜਾ ਕੇ ਉਹਨੇ ਰਿਟਰਨ ਕਰਨਾ ਹੁੰਦਾ ਹੈ, ਉਹਦੀ ਵੈਲੋਸਿਟੀ 0 ਹੋ ਜਾਂਦੀ ਹੈ, ਪਰ ਉਹਦੇ ਕੋਲੇ ਮੈਕਸਿਮਮ ਪੋਟੈਂਸ਼ੀਅਲ એનર્ਜੀ ਬਣ ਜਾਂਦੀ ਹੈ। ਇਹ ਕਦੋਂ ਤੱਕ ਐਕਸਚੇਂਜ ਹੁੰਦਾ ਰਹੇਗਾ? ਜਦੋਂ ਤੱਕ ਉਹ ਰੁਕ ਨਹੀਂ ਜਾਂਦਾ। ਇਹਦੇ ਕਰਕੇ ਡਿਊ ਟੂ ਅਪੋਜ਼ਿੰਗ ਫੋਰਸ। ਉੱਥੇ ਕਿਹੜੀ ਹੋਏਗੀ? ਅਸੀਂ ਐਗਜ਼ਾਮਪਲ ਲਈਏ, ਇਟ ਮੇ ਬੀ ਡਿਊ ਟੂ ਫ੍ਰਿਕਸ਼ਨ ਆਫ ਏਅਰ। ਅਪੋਜ਼ਿੰਗ ਫੋਰਸ ਜਿਹੜੀ ਫ੍ਰਿਕਸ਼ਨ, ਏਅਰ ਫ੍ਰਿਕਸ਼ਨ ਕਰਕੇ ਉਹਦੀ ਜਿਹੜੀ એનર્ਜੀ ਹੈ ਉਹ ਐਕਸਪੈਂਡ ਹੁੰਦੀ ਹੈ। Now, next point is we shall discuss an example of simple harmonic motion। ਸਾਡੇ ਕੋਲ ਇੱਕ ਮੈਕੈਨੀਕਲ ਆਸੀਲੇਟਰ ਹੈ। ਹੁਣ ਤੱਕ ਅਸੀਂ ਜਿਹੜੀ ਡਿਸਕਸ਼ਨ ਉਹ ਜਨਰਲ ਕਰਦੇ ਆਏ ਹਾਂ। ਨਾ ਸਾਡੇ ਕੋਲ ਇੱਕ ਸਪਰਿੰਗ ਨਾਲ ਇੱਕ ਮਾਸ ਅਟੈਚ ਕੀਤਾ ਹੋਇਆ। ਸਪਰਿੰਗ ਕਿਉਂਕਿ ਇੱਕ ਇਲਾਸਟਿਕ ਮੀਡੀਅਮ ਹੈ, ਇਸ ਕਰਕੇ ਅਸੀਂ ਇੱਕ ਸਪਰਿੰਗ ਦਾ ਕੇਸ ਲਿਆ just to illustrate, to give an example of simple harmonic motion। Therefore, we have a mechanical oscillator in the form of a mass attached with a spring। Spring ਇੱਕ medium ਹੈਗਾ, motion ਕਿਹਦਾ ਹੈਗਾ? spring ਦੇ ਨੂੰ ਨਹੀਂ। We are focusing ourselves over this object which is attached to the spring। spring ਕੋਲ elasticity ਹੈ, ਇਸ ਇਲਾਸਟਿਸਿਟੀ ਕਰਕੇ ਇਹ ਜਿਹੜਾ ਮਾਸ ਹੈ ਇਹਦਾ ਮੋਸ਼ਨ ਟੂ ਐਂਡ ਫਰੋ ਬਣੇਗਾ। ਤਾਂ ਪਹਿਲਾ ਇਸ ਫਿਗਰ ਦੇ ਵਿੱਚ ਸਭ ਤੋਂ ਉੱਪਰ ਅਸੀਂ ਇੱਕ ਸਪਰਿੰਗ ਨੂੰ ਨਾਰਮਲ ਲੈਂਥ ਦੇ ਵਿੱਚ ਦਿਖਾਇਆ ਹੋਇਆ, ਫਿਰ ਅਸੀਂ ਇਹਨੂੰ ਕੰਪਰੈਸ ਕੀਤਾ, ਅਸੀਂ ਇੱਕ ਫੋਰਸ ਲਾਈ ਹੋਈ ਹੈ। ਵੀ ਹੈਵ ਕੰਪਰੈਸਡ ਦਿਸ ਸਪਰਿੰਗ ਟੂ ਦਿਸ ਪੋਜੀਸ਼ਨ। ਕੋਈ ਅਸੀਂ ਇਹਨੂੰ ਕੰਪਰੈਸ ਕਰ ਦਿੱਤਾ, ਦੈਨ ਕੰਪਰੈਸ ਕਰਕੇ ਰੱਖਾਂਗੇ, ਦੈਨ ਸਿਸਟਮ ਵਿਲ ਨਾਟ ਵਾਈਬ੍ਰੇਟ। ਤਾਂ ਕੀ ਕਰੇਗਾ? ਵੀ ਹੈਵ ਟੂ ਵਿਦਡਰੋ। ਅਸੀਂ ਜਿੱਥੋਂ ਇਹਨੂੰ ਕੰਪਰੈਸ ਕਰ ਦਿੱਤਾ, ਇੱਥੇ ਆਪਣੀ ਜਿਹੜੀ ਫੋਰਸ ਆ ਵਿਦਡਰੋ ਕਰ ਲਈ। ਉਸ ਤੋਂ ਬਾਅਦ ਪ੍ਰੋਪਰਟੀ ਆਫ ਇਲਾਸਟਿਸਿਟੀ ਕਰਕੇ ਇਹਦੇ ਅੰਦਰ ਇੱਕ
ਟੈਂਡੈਂਸੀ ਕ੍ਰੀਏਟ ਹੋ ਗਈ ਵੀ ਸਪਰਿੰਗ ਵਾਪਸ ਆਪਣੀ ਓਰੀਜਨਲ ਪੋਜੀਸ਼ਨ ਦੇ ਵਿੱਚ ਆਵੇ। ਇਸ ਟੈਂਡੈਂਸੀ ਕਰਕੇ ਇਹਦੇ ਅੰਦਰ ਇੱਕ ਸਟੋਰਿੰਗ ਫੋਰਸ ਡਿਵੈਲਪ ਹੋ ਗਈ। ਉਹ ਟੈਂਡੈਂਸੀ ਕਰਕੇ ਇੱਕ ਸਟੋਰਿੰਗ ਫੋਰਸ ਬਣ ਗਈ ਜਿਹੜਾ ਇਹ ਸਪਰਿੰਗ ਇਸ ਮਾਸ ਨੂੰ ਬਾਹਰ ਨੂੰ ਪੁਸ਼ ਕਰੇਗਾ। ਤਾਂ ਪੁਸ਼ ਕਰਨ ਤੋਂ ਬਾਅਦ ਇਹ ਸਪਰਿੰਗ ਬਾਹਰ ਨੂੰ ਪੁਸ਼ ਕਰਦਾ, ਆਬਜੈਕਟ ਨੂੰ ਇਸ ਪੁਆਇੰਟ ਤੇ ਲੈ ਆਉਂਦਾ ਜਦੋਂ ਉਹ ਪਹਿਲਾਂ ਆਪਣੀ ਮੇਨ ਪੋਜੀਸ਼ਨ ਤੇ ਸੀਗਾ। ਬਟ ਡਿਊ ਟੂ ਇਨਰਸ਼ੀਆ ਆਫ ਮੋਸ਼ਨ ਇੱਕਦਮ ਇਟ ਕੈਨ ਨਾਟ ਕਮ ਟੂ ਰੈਸਟ ਸਟੇਟ ਇਮੀਡੀਏਟਲੀ ਐਟ ਇਟਸ ਮੇਨ ਪੋਜੀਸ਼ਨ। ਇਹ ਜਿਹੜਾ ਮਾਸ ਹੈ, ਜਿਹੜਾ ਸਪਰਿੰਗ ਹੈ, ਇਸ ਮਾਸ ਨੂੰ ਪੁਸ਼ ਆਊਟ ਕਰਦਾ ਅੱਗੇ ਲੈ ਜਾਂਦਾ ਹੈ ਡਿਊ ਟੂ ਇਨਰਸ਼ੀਆ ਆਫ ਮੋਸ਼ਨ। ਇਹਨੂੰ ਅਸੀਂ ਬੋਲਦੇ ਹਾਂ ਵੀ ਇਹ ਆਪਣੀ ਪੋਜੀਸ਼ਨ, ਜਿਹੜੀ ਮੇਨ ਪੋਜੀਸ਼ਨ, ਓਵਰਸ਼ੂਟ ਕਰਕੇ ਅੱਗੇ ਨਿਕਲ ਜਾਂਦਾ ਹੈ। ਜਿਉਂ ਹੀ ਇਹ ਅੱਗੇ ਨਿਕਲਦਾ ਹੈ ਤਾਂ ਹੁਣ ਇਹ ਲੈਂਥ ਇਨਕਰੀਜ਼ ਹੋ ਗਈ। ਅਸੀਂ ਨੂੰ ਕਹਿੰਦੇ ਆ ਵੀ ਐਕਸਟੈਂਡ ਹੋ ਗਿਆ, ਸਪਰਿੰਗ ਦੀ ਲੈਂਥ ਐਕਸਟੈਂਡ ਹੋ ਗਈ। ਐਕਸਟੈਂਸ਼ਨ ਟੇਕਸ ਪਲੇਸ। ਨਾਰਮਲ ਲੈਂਥ ਤੋਂ ਲੈਂਥ ਵੱਧ ਗਈ, ਐਕਸਟੈਂਸ਼ਨ ਹੋ ਗਈ। ਕਨਫਿਗਰੇਸ਼ਨ ਫੇਰ ਚੇਂਜ ਹੋ ਗਈ। ਮਟੀਰੀਅਲ ਇਲਾਸਟਿਕ ਹੈ, ਉਹ ਆਪਣੀ ਓਰੀਜਨਲ ਲੈਂਥ, ਸ਼ੇਪ, ਕਨਫਿਗਰੇਸ਼ਨ ਦੇ ਵਿੱਚ ਰਹਿਣਾ ਹੀ ਪਸੰਦ ਕਰਦਾ। ਇਟ ਆਲਵੇਜ਼ ਟੈਂਡ ਟੂ ਕੀਪ ਇਟਸ ਓਰੀਜਨਲ ਸ਼ੇਪ, ਲੈਂਥ, ਕਨਫਿਗਰੇਸ਼ਨ। ਕੰਪਰੈਸ ਹੋਣ ਵੇਲੇ ਵੀ ਟੈਂਡੈਂਸੀ ਪ੍ਰੋਡਿਊਸ ਹੋ ਗਈ ਜਿਹਨੂੰ ਅਸੀਂ ਰੈਸਟੋਰਿੰਗ ਫੋਰਸ ਕਹਿੰਦੇ ਆ। ਹੁਣ ਜਦੋਂ ਐਕਸਟੈਂਡ ਹੋ ਗਿਆ, ਅਗੇਨ ਟੈਂਡੈਂਸੀ ਇਜ਼ ਪ੍ਰੋਡਿਊਸਡ। ਉਹ ਟੈਂਡੈਂਸੀ ਸਾਨੂੰ ਦਿਖਦੀ ਕਿਸ ਤਰੀਕੇ ਨਾਲ ਹੈ? ਉਹ ਦਿਖਦੀ ਹੈ ਸਾਨੂੰ ਡਿਊ ਟੂ ਪ੍ਰੋਡਕਸ਼ਨ ਆਫ ਰੈਸਟੋਰਿੰਗ ਫੋਰਸ। ਹੁਣ ਉਹ ਰੈਸਟੋਰਿੰਗ ਫੋਰਸ ਇਸ ਮਾਸ ਨੂੰ ਕਿੱਧਰ ਪੁੱਲ ਕਰੇਗਾ? ਇਸ ਪਾਸੇ ਨੂੰ। ਇੱਥੋਂ ਕਿੱਧਰ ਲੈ ਕੇ ਜਾ ਰਿਹਾ ਸੀ? ਬਾਹਰ ਨੂੰ। ਰੁਕਦਾ ਇੱਕਦਮ ਇਸ ਕਰਨੀ ਡਿਊ ਟੂ ਪ੍ਰੋਪਰਟੀ ਆਫ ਇਨਰਸ਼ੀਆ ਆਫ ਮੋਸ਼ਨ। ਦੇਅਰਫੋਰ ਡਿਊ ਟੂ ਪ੍ਰੋਡਕਸ਼ਨ ਆਫ ਰੈਸਟੋਰਿੰਗ ਫੋਰਸ, ਪ੍ਰੋਡਕਸ਼ਨ ਨਹੀਂ ਬੋਲਾਂਗੇ, ਜ਼ਿਆਦਾ ਜਿਹੜਾ ਅਪਰੋਪਰੀਏਟ ਵਰਡ ਹੈ ਡਿਊ ਟੂ ਅਪੀਅਰੈਂਸ ਆਫ ਰੈਸਟੋਰਿੰਗ ਫੋਰਸ। ਜਿਹੜਾ ਸਪਰਿੰਗ ਹੈ, ਜਿਹੜਾ ਸਪਰਿੰਗ ਦੇ ਨਾਲ ਮਾਸ ਅਟੈਚ ਕੀਤਾ ਹੋਇਆ, ਇਟ ਸਟਾਰਟ ਵਾਈਬ੍ਰੇਟਿੰਗ ਅਬਾਊਟ ਇਟਸ ਮੇਨ ਪੋਜੀਸ਼ਨ। ਇਹ ਚੀਜ਼ ਨੂੰ ਅਸੀਂ ਇੱਥੇ ਦਿਖਾ ਰਹੇ ਹਾਂ। ਆ ਇੱਕ ਮੇਨ ਹੈ, ਸਪਰਿੰਗ ਲੈਫਟ ਸਾਈਡ ਤੇ ਇੱਥੋਂ ਤੱਕ ਜਾ ਰਿਹਾ ਤੇ ਰਾਈਟ ਸਾਈਡ ਤੇ ਇੱਥੋਂ ਤੱਕ ਜਾ ਰਿਹਾ। ਇਹ ਸਾਰੀ ਜਿਹੜੀ ਡਿਸਕਸ਼ਨ ਹੈ ਇੱਥੇ ਅਸੀਂ ਲਿਖੀ ਹੈ। Consider a spring placed in a horizontal orientation. A mass is attached at one end. By fixing another end, say mass is pushed inward. Say ਕਿਉਂ ਲਿਖਿਆ ਵੀ ਅਸੀਂ ਉਹਨੂੰ ਬਾਹਰ ਵੀ ਖਿੱਚ ਸਕਦੇ ਹਾਂ। It may be pulled outward. ਅਸੀਂ ਮੰਨ ਲਿਆ ਵੀ ਸਪੋਜ਼ ਅਸੀਂ ਇਹਨੂੰ ਇਨਵਰਡ ਨੂੰ ਪੁਸ਼ ਕਰ ਦਿੰਦੇ ਹਾਂ। ਅਸੀਂ ਦੂਸਰੇ ਪਾਸੇ ਵੀ ਲਿਖ ਸਕਦੇ ਹਾਂ, say it is pushed outside. ਇਹ ਕੀ ਕਾਜ਼ ਕਰਦਾ? It causes the spring to compress. Being elastic, in nature, a restoring force is induced, which tend to restore original length of the spring. So, when external force causing the spring to compress is released, ਅਸੀਂ withdraw ਕਰਦੇ ਹਾਂ ਆਪਣੇ ਵੱਲੋਂ ਲਾਈ ਫੋਰਸ, ਮਾਸ ਕੀ ਜਿਹੜਾ ਹੁੰਦਾ ਹੈ, ਮਾਸ attached to the spring moves outward. While reaching mean position, it cannot stop due to inertia of motion and hence ਓਵਰਸ਼ੂਟਸ ਦਾ ਮਤਲਬ ਆਪਣੀ ਮੇਨ ਪੋਜੀਸ਼ਨ ਤੇ ਰੁਕਦਾ ਨਹੀਂ, ਪਾਸੇ ਪਰਾਂ ਲੰਘ ਜਾਂਦਾ ਹੈ। ਐਂਡ ਹੈਂਸ ਐਕਸਟੈਂਸ਼ਨ ਇਜ਼ ਪ੍ਰੋਡਿਊਸਡ ਇਨ ਦ ਸਪਰਿੰਗ। ਨਾਓ ਦ ਰੈਸਟੋਰਿੰਗ ਫੋਰਸ ਇਜ਼ ਅਗੇਨ ਪ੍ਰੋਡਿਊਸਡ ਵਿਚ ਵਿਲ ਟੈਂਡ ਟੂ ਪੁੱਲ ਇਟ ਬੈਕ ਟੂਵਰਡਸ ਮੇਨ ਪੋਜੀਸ਼ਨ। ਦਿਸ ਇਜ਼ ਹਾਊ a to and fro motion is set in. Since this motion is an accelerated motion, ਪਹਿਲਾਂ ਸਾਨੂੰ ਧਿਆਨ ਦੇਣਾ ਪਏਗਾ ਵੀ ਜਿਹੜਾ ਮੋਸ਼ਨ ਹੈ ਇਹ ਸਾਡੇ ਵੱਲੋਂ ਲਾਈ ਫੋਰਸ ਕਰਕੇ ਨਹੀਂ ਹੈਗਾ। ਇਹ ਸਾਡੇ ਵੱਲੋਂ ਲਾਈ ਗਈ ਸੀ ਫੋਰਸ ਜਿਹਨੂੰ ਅਸੀਂ ਡਿਫਾਰਮਿੰਗ ਫੋਰਸ ਕਹਿੰਦੇ ਹਾਂ, ਅਸੀਂ ਪਹਿਲਾਂ ਲਾਈ ਸੀ। ਉਹਨੇ ਡਿਸਾਈਡ ਕੀਤਾ ਵੀ ਇਹਦੇ ਅੰਦਰ ਰੈਸਟੋਰਿੰਗ ਫੋਰਸ ਕਿੰਨੀ ਬਣ ਗਈ। ਉਸ ਤੋਂ ਬਾਅਦ ਜਿਹੜਾ ਮੋਸ਼ਨ ਹੈ, ਜਿਹੜਾ ਵਾਈਬ੍ਰੇਟਰੀ ਮੋਸ਼ਨ ਹੈ, ਉਹ ਕਿਸ ਫੋਰਸ ਕਰਕੇ ਬਣ ਰਿਹਾ? ਡਿਊ ਟੂ ਰੈਸਟੋਰਿੰਗ ਫੋਰਸ। ਮੈਂ ਫੇਰ ਰਿਪੀਟ ਕਰਦਾ, ਸਾਡੇ ਵੱਲੋਂ ਲਾਈ ਫੋਰਸ ਨੇ ਡਿਸਾਈਡ ਕੀਤਾ ਹੈ, ਜਿਹੜੀ ਡਿਫਾਰਮਿੰਗ ਫੋਰਸ ਅਸੀਂ ਲਾਈ ਸੀ ਉਹਨੇ ਡਿਸਾਈਡ ਕੀਤਾ, ਡਿਸਾਈਡਿੰਗ ਫੈਕਟਰ ਹੈ ਵੀ ਇਹਦੇ ਅੰਦਰ ਕਿੰਨੀ ਰੈਸਟੋਰਿੰਗ ਫੋਰਸ ਡਿਵੈਲਪ ਹੋਵੇ। ਉਸ ਤੋਂ ਬਾਅਦ ਅਸੀਂ ਨਾ ਫੋਰਸ ਨੂੰ ਆਪਣੀ ਨੂੰ ਵਿਦਡਰਾਅ ਕਰ ਲਿਆ। ਸਕਸੈਸਿਵ ਮੋਸ਼ਨ ਕਿਸ ਕਰਕੇ ਹੁੰਦਾ ਹੈ? ਜਿਹੜੀ ਰੈਸਟੋਰਿੰਗ ਫੋਰਸ ਡਿਵੈਲਪ ਹੋ ਗਈ। ਦੇਅਰਫੋਰ ਸਪਰਿੰਗ ਦਾ ਜਿਹੜਾ ਵਾਈਬ੍ਰੇਟਰੀ ਮੋਸ਼ਨ ਹੈ ਇਸ ਕੇਸ ਦੇ ਵਿੱਚ, ਇਹਦੇ ਪਿੱਛੇ ਕਾਰਨ ਕੀ ਹੈ? ਰੈਸਟੋਰਿੰਗ ਫੋਰਸ। ਸਾਡੇ ਵੱਲੋਂ ਲਾਈ ਫੋਰਸ ਨੇ, ਮੈਂ ਫੇਰ ਕਹਾਂ, ਉਹਨੇ ਡਿਸਾਈਡ ਕੀਤਾ ਵੀ ਕਿੰਨੀ ਰੈਸਟੋਰਿੰਗ ਫੋਰਸ ਡਿਵੈਲਪ ਹੋਏਗੀ। ਬੇਸ਼ੱਕ ਰੈਸਟੋਰਿੰਗ ਫੋਰਸ ਉਨੀ ਹੈ ਜਿੰਨੀ ਅਸੀਂ ਲਾਈ ਸੀ, ਬਟ ਅਲਟੀਮੇਟਲੀ ਉਹ ਫੋਰਸ ਕੌਣ ਹੈ?
ਜਿਹੜੀ ਇਹ ਸਪਰਿੰਗ ਨੂੰ ਲਗਾਤਾਰ ਆਪਣੀ ਮੀਨ ਦੇ ਦੋਨੇ ਪਾਸੇ ਟੂ ਐਂਡ ਫਰੋ ਐਗਜ਼ੀਕਿਊਟ ਕਰਵਾਉਂਦੀ ਹੈ। that must be commit to our memory that force is the restoring force। ਆ ਇੱਕ ਇਕੁਏਸ਼ਨ ਆਫ ਮੋਸ਼ਨ ਹੈ, ਜਨਰਲ ਇਕੁਏਸ਼ਨ ਆਫ ਮੋਸ਼ਨ ਹੈ, ਕਿਉਂਕਿ ਇਹ ਜਿਹੜਾ ਪਾਰਟੀਕਲ ਹੈ ਟੂ ਐਂਡ ਫਰੋ ਰਿਟਰਨ ਕਰਦਾ ਹੈ, ਡਾਇਰੈਕਸ਼ਨ ਬਦਲਦਾ ਹੈ। ਇਹ ਜਿਹੜਾ ਮੋਸ਼ਨ ਹੈ ਸਾਡਾ ਐਕਸਲਰੇਟਡ ਹੈ। ਕੋਈ ਵੀ ਐਕਸਲਰੇਟਡ ਮੋਸ਼ਨ ਦੇ ਪਿੱਛੇ ਕੋਈ ਨਾ ਕੋਈ ਫੋਰਸ ਹੈ। ਜਨਰਲ ਇਕੁਏਸ਼ਨ ਕੀ ਹੈ? ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ। ਇੱਥੇ ਐਮ ਕੀ ਹੈ? ਮਾਸ ਆਫ ਸਪਰਿੰਗ ਹੈ, ਸੌਰੀ ਮਾਸ ਆਫ ਦ ਮਾਸ ਜਿਹੜੀ ਬੋਡੀ ਅਟੈਚ ਕੀਤੀ ਉਹਦਾ ਮਾਸ ਹੈ। ਆਈਡੀਅਲਿਕ ਜਿਹੜੀਆਂ ਆਈਡੀਅਲੀ ਅਸੀਂ ਇਹਦਾ ਸਪਰਿੰਗ ਦਾ ਜਿਹੜਾ ਮਾਸ ਨੂੰ ਅਸੀਂ ਨਗਲੀਜੀਬਲ ਲੈਂਦੇ ਆ। ਇਸ ਕਰਕੇ ਫੋਰਸ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ। ਇਹ ਜਿਹੜੀ ਫੋਰਸ ਹੈ ਜਿਹੜੀ ਇਹ ਐਕਸਲਰੇਸ਼ਨ ਬਣਾਉਂਦੀ ਹੈ, ਇਹ ਫੋਰਸ ਕਿਹੜੀ ਹੈ? ਰਿਸਟੋਰਿੰਗ ਫੋਰਸ ਹੈ। ਤੇ ਰਿਸਟੋਰਿੰਗ ਫੋਰਸ ਕਿਹਨੇ ਡਿਸਾਈਡ ਕੀਤਾ? ਕੰਪਰੈਸ ਕੀਤਾ ਸੀ ਜਾਂ ਐਕਸਟੈਂਸ਼ਨ ਸੀ। ਇਹ ਕੰਪਰੈਸ ਕਦੋਂ ਕੀਤਾ ਸੀ? ਜਦੋਂ ਅਸੀਂ ਫੋਰਸ ਲਾਈ ਹੈ। ਇਹ ਇਨਡਾਇਰੈਕਟਲੀ ਆ ਜਿਹੜੀ ਕੰਪਰੈਸ ਹੋਈ ਸੀ ਲੈਂਥ, ਇਹ ਸਾਡੇ ਵੱਲੋਂ ਲਾਈ ਫੋਰਸ ਨੇ ਡਿਸਾਈਡ ਕੀਤਾ ਸੀ ਵੀ ਕਿੰਨਾ ਕੰਪਰੈਸ ਕਰਨਾ ਹੈ। ਇਸ ਕਰਕੇ ਜਿਹੜੀ ਰਿਸਟੋਰਿੰਗ ਫੋਰਸ ਹੈ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਕੰਪਰੈਸ਼ਨ ਔਰ ਐਕਸਟੈਂਸ਼ਨ। ਨੈਗੇਟਿਵ ਸਾਈਨ ਦਾ ਮਤਲਬ it acts opposite to the direction in which the length is changed। ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਅਸੀਂ K ਲਿਆ ਇੱਥੇ। ਸਪਰਿੰਗ ਦੇ ਕੇਸ ਦੇ ਵਿੱਚ ਇਸ ਕਾਂਸਟੈਂਟ ਨੂੰ ਅਸੀਂ ਸਪਰਿੰਗ ਕਾਂਸਟੈਂਟ ਕਹਿੰਦੇ ਆ। ਆਮ ਤੌਰ ਤੇ ਇੱਕ ਜਨਰਲ ਜਿਹੜੀ ਟਰਮੀਨੋਲੋਜੀ ਹੈ ਇਸ ਕਾਂਸਟੈਂਟ ਨੂੰ ਅਸੀਂ ਸਟਿਫਨੈਸ ਕਾਂਸਟੈਂਟ ਵੀ ਕਹਿ ਸਕਦੇ ਹਾਂ। ਜੇ ਤੁਹਾਨੂੰ ਕੋਈ ਪੁੱਛੇ ਵੀ ਡਿਫਾਈਨ ਸਪਰਿੰਗ ਕਾਂਸਟੈਂਟ, ਤਾਂ ਅਸੀਂ ਨੈਗੇਟਿਵ ਸਾਈਨ ਨੂੰ ਇਗਨੋਰ ਕਰਕੇ K ਨੂੰ ਇੱਕ ਪਾਸੇ ਲੈ ਕੇ ਕੀ ਬਣ ਜਾਏਗਾ? K will be F upon X। K is the ratio of F and X। F ਕੀ ਹੈ? ਰਿਸਟੋਰਿੰਗ ਫੋਰਸ। ਕਦੋਂ? ਜਦੋਂ ਅਸੀਂ ਉਹਦੇ ਵਿੱਚ X ਯੂਨਿਟ ਐਕਸਟੈਂਸ਼ਨ ਜਾਂ ਕੰਪਰੈਸ਼ਨ ਕ੍ਰੀਏਟ ਕੀਤੀ ਹੈ। X ਯੂਨਿਟ ਲਈ ਕਿੰਨੀ ਫੋਰਸ ਬਣੀ ਹੈ? F। ਇੱਕ ਯੂਨਿਟ ਲਈ ਕਿੰਨੀ ਬਣੇਗੀ? F upon X। ਉਹੀ ਰੇਸ਼ੋ ਕੀ ਹੈ? ਸਪਰਿੰਗ ਕਾਂਸਟੈਂਟ। ਤਾਂ ਸਪਰਿੰਗ ਕਾਂਸਟੈਂਟ ਦੇ ਯੂਨਿਟ ਕੀ ਹੋਣਗੇ? ਰੇਸ਼ੋ ਦਾ ਯੂਨਿਟਸ ਆਫ ਫੋਰਸ ਐਂਡ X। SI ਸਿਸਟਮ ਦੇ ਵਿੱਚ ਫੋਰਸ ਨੂੰ ਨਿਊਟਨ 'ਚ ਮੈਜ਼ਰ ਕਰਦੇ ਆ ਤੇ X ਨੂੰ ਅਸੀਂ ਮੀਟਰ ਦੇ ਵਿੱਚ। ਤਾਂ ਸਪਰਿੰਗ ਕਾਂਸਟੈਂਟ ਦੇ ਯੂਨਿਟ ਕੀ ਬਣ ਜਾਣਗੇ? ਨਿਊਟਨ ਪਰ ਮੀਟਰ। ਤਾਂ ਕਾਂਸਟੈਂਟ ਨੂੰ ਡਿਫਾਈਨ ਕਿਵੇਂ ਕਰਾਂਗੇ? ਇਟ ਇਜ਼ ਦ ਰਿਸਟੋਰਿੰਗ ਫੋਰਸ ਡਿਵੈਲਪਡ ਪਰ ਯੂਨਿਟ ਐਕਸਟੈਂਸ਼ਨ ਔਰ ਪਰ ਯੂਨਿਟ ਕੰਪਰੈਸ਼ਨ। ਅਸੀਂ ਇਸ ਫੋਰਸ ਨੂੰ, ਇਹ ਵੈਲਿਊ ਨੂੰ ਇੱਕ ਜਨਰਲ ਐਸੋਲੇਸ਼ਨ ਪੁੱਟ ਕਰਦੇ ਹਾਂ। ਸਾਡੇ ਕੋਲ ਕੀ ਬਣਦਾ? ma=-kx। ਅਸੀਂ a ਨੂੰ ਇੱਕ ਪਾਸੇ ਲਿਆ, ਇਟ ਬਿਕਮਸ k/m=x। k ਵੀ ਕਾਂਸਟੈਂਟ ਹੈ, m ਵੀ ਕਾਂਸਟੈਂਟ ਹੈ, ਰੇਸ਼ੋ ਵਿਲ ਬੀ ਅਨਦਰ ਕਾਂਸਟੈਂਟ। ਇਸ ਕਾਂਸਟੈਂਟ ਨੂੰ ਅਸੀਂ ਇੱਕ ਸਿੰਬਲ ਲੈ ਲਿਆ ਓਮੇਗਾ ਸਕੁਅਰ। ਇਸ ਕਰਕੇ a=-ω²x ਕਿਉਂਕਿ ਐਕਸਲੇਸ਼ਨ ਹੈ। ਇਟ ਇਜ਼ double rate of change of position d2x/dt2 plus ਇਸ ਟਰਮ ਨੂੰ ਇਧਰ ਲੈ ਆਏ ਪਲੱਸ ਓਮੇਗਾ ਸਕੁਅਰ x = 0। ਇਹੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਵੀ ਦਿਸ ਇਜ਼ ਦ ਡਿਫਰੈਂਸ਼ੀਅਲ ਇਕੁਏਸ਼ਨ ਫਾਰ ਸਿੰਪਲ ਹਾਰਮੋਨਿਕ ਮੋਸ਼ਨ। ਦਿਸ ਇਜ਼ ਦ ਡਿਫਰੈਂਸ਼ੀਅਲ ਇਕੁਏਸ਼ਨ ਫਾਰ ਸਿੰਪਲ ਹਾਰਮੋਨਿਕ ਮੋਸ਼ਨ। ਜਾਂ ਸਾਡੇ ਕੋਲ ਮਕੈਨੀਕਲ ਆਸੀਲੇਟਰ ਸੀ ਜਿਹੜਾ, ਉਹਦੇ ਲਈ ਡਿਫਰੈਂਸ਼ੀਅਲ ਇਕੁਏਸ਼ਨ ਹੈ। ਨਾਓ in the next page we shall try to find solution of this differential equation। बड़ा simple method है। We shall make use of method of differential equations। ਸਾਡੇ ਕੋਲ differential equation ਨੂੰ ਅਸੀਂ ਰੀਰਾਈਟ ਕਰਦੇ ਹਾਂ simple harmonic motion ਦੀ। ਅਸੀਂ ਕਰ ਕੀ ਰਹੇ ਹਾਂ? solution of differential equation of simple harmonic motion। ਅਸੀਂ ਹੁਣੇ ਹੀ ਪ੍ਰੂਵ ਕੀਤੀ ਹੈ ਵੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਅਸੀਂ ਕਿਵੇਂ ਐਕਸਪ੍ਰੈਸ ਕਰਦੇ ਹਾਂ SHM ਦੇ ਨੂੰ d2x dt2 plus ਓਮੇਗਾ ਸਕੁਅਰ x = 0। ਓਮੇਗਾ ਸਕੁਅਰ ਨੂੰ ਅਸੀਂ ਰੀਰਾਈਟ ਕੀਤਾ k/m। ਓਮੇਗਾ ਕੀ ਬਣ ਜਾਏਗਾ? √k/m। ਸਪਰਿੰਗ ਕਾਂਸਟੈਂਟ ਅਪੋਨ ਮਾਸ ਆਫ ਦਾ ਬਾਡੀ, ਜਿਹੜੀ ਮਾਸ ਜਿਹੜੀ ਸਪਰਿੰਗ ਦੇ ਨਾਲ ਅਟੈਚ ਕੀਤੀ ਹੋਈ ਹੈ। ਇਹ ਜਿਹੜਾ ਸੋਲੂਸ਼ਨ ਹੈ ਉਹਨੂੰ ਪਤਾ ਕਰਨ ਲਈ ਅਸੀਂ ਜਿਹੜਾ d/dt ਹੈ, ਜਿਹੜਾ ਡਿਫਰੈਂਸ਼ੀਅਲ ਆਪਰੇਟਰ ਹੈ, ਇੱਕ d ਡਿਫਾਈਨ ਕੀਤਾ। ਤਾਂ x ਤੋਂ ਇਲਾਵਾ ਇੱਥੇ ਕੀ ਬਣ ਜਾਏਗਾ? d² ਪਲੱਸ ਓਮੇਗਾ ਸਕੁਅਰ x। ਅਸੀਂ ਇਸ ਇਕੁਏਸ਼ਨ 'ਚ ਇਸ ਆਪਰੇਟਰ ਦੀ ਵੈਲਿਊ ਇਹਨੂੰ ਪੁੱਟ ਕੀਤਾ
we get this equation d square plus omega square ਬ੍ਰੈਕਟ ਦੇ ਅੰਦਰ x ਕਾਮਨ ਆ ਗਈ। ਨਾਓ ਆ ਦੋ ਚੀਜ਼ਾਂ ਦਾ ਜਿਹੜਾ ਪ੍ਰੋਡਕਟ ਹੈ, ਦੋ ਫੈਕਟਰਸ ਨੇ ਜਿਨ੍ਹਾਂ ਦਾ ਪ੍ਰੋਡਕਟ 0 ਹੈ, ਜਾਂ ਤਾਂ ਦੋਨੋਂ 0 ਹੋਣਗੇ, ਘੱਟੋ ਘੱਟ ਇੱਕ ਨੂੰ ਤਾਂ 0 ਹੋਣਾ ਪਏਗਾ ਇਹਨਾਂ ਦੇ ਵਿੱਚੋਂ। ਪਰ ਅਸੀਂ ਦੇਖਦੇ ਹਾਂ ਵੀ ਕੀ x 0 ਹੋ ਸਕਦਾ। x ਕੀ ਹੈ? x ਡਿਸਪਲੇਸਮੈਂਟ ਹੈ ਕਿਸੇ ਵੀ ਟਾਈਮ ਤੇ। ਇਹ x ਕੀ ਹੈ? ਡਿਸਪਲੇਸਮੈਂਟ ਐਟ ਟਾਈਮ t ਜਾਂ ਇਨ ਟਾਈਮ t। ਜੇ ਪਾਰਟੀਕਲ SHM ਦੇ ਵਿੱਚ ਹੈ ਤਾਂ ਕੰਟੀਨਿਊਸਲੀ ਇਟ ਕੈਨ ਨਾਟ ਬੀ ਐਟ ਮੀਨ ਪੋਜੀਸ਼ਨ। ਜੇ ਇਸ ਤਰ੍ਹਾਂ ਹੋਏਗਾ ਤਾਂ ਪਾਰਟੀਕਲ ਆਪਣਾ SHM ਐਗਜ਼ੀਕਿਊਟ ਹੀ ਨਹੀਂ ਕਰ ਰਿਹਾ, ਉਹ ਤਾਂ ਰੁਕਿਆ ਹੋਇਆ। therefore we cannot make x to be 0। x ਤਾਂ ਮੋਮੈਂਟਰੀ, ਕੁਝ ਟਾਈਮ ਦੇ ਲਈ। ਜਦੋਂ ਪਾਰਟੀਕਲ ਆਪਣੀ ਮੀਨ ਚੋਂ ਪਾਸ ਕਰਦਾ ਸਿਰਫ ਉਹਨਾਂ ਮੂਵਮੈਂਟਸ ਲਈ x 0 ਹੁੰਦੇ ਹੋਏਗਾ, ਸਿਰਫ ਉਹਨਾਂ ਟਾਈਮ ਦੇ ਲਈ x 0 ਹੋ ਸਕਦਾ ਹੈ, ਬਟ continuously x cannot be 0। therefore ਸਾਡੇ ਕੋਲ ਕਿਹਨੂੰ 0 ਹੋਣਾ ਪਏਗਾ? ਐਸ ਬ੍ਰੈਕਟਡ ਫੈਕਟਰ ਨੂੰ d ਸਕੁਅਰ ਪਲੱਸ ਓਮੇਗਾ ਸਕੁਅਰ ਮਸਟ ਬੀ 0। d ਸਕੁਅਰ ਕਿਹਦੇ ਬਰਾਬਰ ਹੋਏਗਾ? ਮਾਈਨਸ ਓਮੇਗਾ ਸਕੁਅਰ। ਇੱਥੋਂ ਸਾਡੇ ਕੋਲੇ d ਦੇ ਦੋ ਰੂਟਸ ਆ ਜਾਣਗੇ, ਕਿਉਂਕਿ ਮਾਈਨਸ ਜਿਹੜਾ ਕੰਪਲੈਕਸ ਨੰਬਰ ਦੇ ਵਿੱਚ -1 ਨੂੰ ਅਸੀਂ ਕਿਸ ਤਰ੍ਹਾਂ ਲੈਂਦੇ ਹੁੰਦੇ ਹਾਂ? ਆਇਓਟਾ ਸਕੁਅਰ। ਤੇ d ਇਜ਼ ਇਕੁਅਲ ਟੂ ਪਲੱਸ ਮਾਈਨਸ ਆਇਓਟਾ ਓਮੇਗਾ। d ਦੇ ਦੋ ਰੂਟਸ ਆ ਗਏ, ਇੱਕ ਪਲੱਸ ਸਾਈਨ ਦੇ ਨਾਲ, ਇੱਕ ਮਾਈਨਸ ਸਾਈਨ ਦੇ ਨਾਲ। ਇੱਕ ਨੂੰ ਅਸੀਂ ਅਲਫਾ ਰੂਟ ਕਹਿੰਦੇ ਹਾਂ ਤੇ ਇੱਕ ਨੂੰ ਅਸੀਂ ਬੀਟਾ ਰੂਟ ਕਹਿੰਦੇ ਹਾਂ। ਜਿਹੜੀ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ, ਇਹਦਾ ਜਨਰਲ ਸੋਲੂਸ਼ਨ ਅਸੀਂ ਇਸ ਇਕੁਏਸ਼ਨ ਦੇ ਨਾਲ ਲਿਖਦੇ ਹਾਂ। ਇਹਦਾ ਜੇ ਸੋਲੂਸ਼ਨ ਤੁਹਾਨੂੰ ਲਿਖਣਾ ਹੋਵੇ ਤਾਂ x ਕਿਹਦੇ ਬਰਾਬਰ ਹੋਏਗਾ? a ਇਜ਼ ਇਕੁਅਲ ਟੂ ਐਕਸਪੋਨੈਂਸ਼ੀਅਲ ਫਾਰਮ ਦੇ ਵਿੱਚ e ਰੇਜ਼ ਟੂ ਪਾਵਰ ਇੱਕ ਰੂਟ, ਕਿਉਂਕਿ ਡਿਫਰੈਂਸ਼ੀਅਲ ਇਕੁਏਸ਼ਨ ਸੈਕੰਡ ਆਰਡਰ ਦੀ ਹੈ, ਦੋ ਰੂਟ ਹੋਣਗੇ, ਇੱਕ ਰੂਟ ਅਲਫਾ ਇੱਕ ਰੂਟ ਬੀਟਾ। ਤਾਂ e ਰੇਜ਼ ਟੂ ਪਾਵਰ ਫਸਟ ਰੂਟ ਇਨਟੂ t, e ਰੇਜ਼ ਟੂ ਪਾਵਰ ਸੈਕੰਡ ਰੂਟ ਇਨਟੂ t। a ਤੇ b ਸਾਡੇ ਕੋਲੇ ਕੀ ਨੇ? ਆਰਬਿਟਰੇਰੀ ਕਾਂਸਟੈਂਟ ਨੇ, ਸੈਕੰਡ ਆਰਡਰ ਹੈਗੀ ਤਾਂ ਦੋ ਸਾਡੇ ਕੋਲੇ ਕਾਂਸਟੈਂਟਸ ਹੋਣਗੇ। ਇਸ ਕਰਕੇ a ਐਂਡ b ਆਰ ਕਾਲਡ ਆਰਬਿਟਰੇਰੀ ਕਾਂਸਟੈਂਟਸ। ਸੋ ਇਨ ਦਾ ਪ੍ਰੈਜ਼ੈਂਟ ਕੇਸ ਸਾਡੇ ਕੋਲੇ ਅਲਫਾ ਦੀ ਵੈਲਿਊ ਕਿੰਨੀ ਹੈ? ਆਇਓਟਾ ਓਮੇਗਾ। ਬੀਟਾ ਦੀ ਕਿੰਨੀ ਹੈ? ਮਾਈਨਸ ਆਇਓਟਾ ਓਮੇਗਾ। ਸਾਡੇ ਕੋਲੇ ਆ ਇੱਕ ਰਿਲੇਸ਼ਨ ਬਣ ਗਿਆ। ਹੁਣ ਇਸ ਤੋਂ ਅੱਗੇ ਤੁਹਾਨੂੰ ਯਾਦ ਹੋਏਗਾ e ਰੇਜ਼ ਟੂ ਪਾਵਰ ਆਇਓਟਾ ਥੀਟਾ ਹੁੰਦਾ ਹੈ cos ਥੀਟਾ ਪਲੱਸ ਆਇਓਟਾ ਸਾਈਨ ਥੀਟਾ। ਅਸੀਂ ਉਸੇ ਰਿਲੇਸ਼ਨ ਨੂੰ ਯੂਜ਼ ਕਰਕੇ e ਰੇਜ਼ ਟੂ ਪਾਵਰ ਆਇਓਟਾ ਓਮੇਗਾ ਟੀ ਨੂੰ ਲਿਖ ਲਿਆ cos ਓਮੇਗਾ ਟੀ ਪਲੱਸ ਆਇਓਟਾ ਸਾਈਨ ਓਮੇਗਾ ਟੀ। e ਰੇਜ਼ ਟੂ ਪਾਵਰ ਮਾਈਨਸ ਆਇਓਟਾ ਓਮੇਗਾ ਟੀ ਨੂੰ ਲਿਖ ਲਿਆ cos ਓਮੇਗਾ ਟੀ ਮਾਈਨਸ ਆਇਓਟਾ ਸਾਈਨ ਓਮੇਗਾ ਟੀ। cos ਓਮੇਗਾ ਟੀ ਕਾਮਨ, ਇੱਥੋਂ ਸਾਡੇ ਕੋਲ a ਪਲੱਸ b ਰਹਿ ਜਾਏਗਾ। ਇਹਨਾਂ ਦੇ ਵਿੱਚੋਂ ਆਇਓਟਾ ਵੀ ਕਾਮਨ ਆ ਜਾਏਗਾ, ਸਾਈਨ ਓਮੇਗਾ ਟੀ ਵੀ ਕਾਮਨ ਆਏਗਾ, ਤੇ ਆਇਓਟਾ ਤੇ ਆ ਫੈਕਟਰ ਕਾਮਨ। ਇੱਧਰ ਸਾਡੇ ਕੋਲ a ਰਹਿ ਗਿਆ ਮਾਈਨਸ b। ਅੱਗੇ ਸਾਡਾ ਏਮ ਕੀ ਹੈ? ਅਸੀਂ ਇਹ ਦੋਨਾਂ ਟਰਮਸ ਨੂੰ ਵੀ ਵਾਂਟ ਟੂ ਰਿਜ਼ਲਟ ਦ ਟੂ ਟਰਮਸ ਇਨਟੂ ਏ ਸਿੰਗਲ ਕੰਪੋਨੈਂਟ। ਉਹਦੇ ਲਈ ਸਾਡੇ ਕੋਲ ਕਿਉਂਕਿ ਸੈਕੰਡ ਆਰਡਰ ਇਕੁਏਸ਼ਨ ਹੈ, ਦੋ ਕਾਂਸਟੈਂਟਸ ਨੇ, ਅਸੀਂ a ਪਲੱਸ b ਨੂੰ ਲਈ ਸਬਸਟੀਟਿਊਸ਼ਨ ਕਰ ਰਹੇ ਹਾਂ ਦੋ ਇਨ ਟਰਮਸ ਆਫ ਟੂ ਨਿਊ ਕਾਂਸਟੈਂਟਸ c ਨੋਟ ਇਨਟੂ ਸਾਈਨ ਆਫ ਫਾਈ ਨੋਟ। ਸਾਡਾ ਇਹ ਡਿਲੀਬਰੇਟ ਅਟੈਂਪਟ ਹੈ। ਸਾਈਨ ਜਾਣਬੁੱਝ ਕੇ ਚੂਜ਼ ਕੀਤਾ, ਫਾਈ ਨੋਟ ਨੂੰ ਅਸੀਂ ਇੱਕ ਕਾਂਸਟੈਂਟ ਕਹਿ ਲਿਆ, c ਨੋਟ ਵੀ ਕਾਂਸਟੈਂਟ ਕਹਿ ਲਿਆ, ਤੇ ਜਿਹੜਾ ਦੂਸਰਾ ਫੈਕਟਰ ਹੈ ਇਹ ਵੀ ਸਾਡੀ ਡੈਲੀਬਰੇਟ ਅਟੈਂਪਟ ਹੈ, ਇਹਨੂੰ c ਨੋਟ cos ਫਾਈ ਨੋਟ ਕਹਿ ਲਿਆ। ਸਾਡਾ ਏਮ ਹੈ ਅਸੀਂ ਵੀ ਵਾਂਟ x ਟੂ ਬੀ ਐਕਸਪ੍ਰੈਸਡ ਇਨ ਟਰਮਸ ਆਫ ਸਾਈਨ ਫੰਕਸ਼ਨ ਔਰ ਕੋਸਾਈਨ ਫੰਕਸ਼ਨ। ਜੇ ਅਸੀਂ ਇਹਦੀਆਂ ਵੈਲਿਊਜ਼ ਪੁੱਟ ਕਰਾਂਗੇ ਸਾਡੇ ਕੋਲੇ ਇੱਕ ਇਕੁਏਸ਼ਨ ਬਣ ਜੇਗੀ। ਇੱਥੇ c ਨੋਟ ਸਾਈਨ ਫਾਈ ਨੋਟ ਇੱਥੇ ਪੁੱਟ ਕਰਾਂਗੇ, c ਨੋਟ ਸਾਈਨ ਫਾਈ ਨੋਟ cos ਓਮੇਗਾ ਟੀ ਪਲੱਸ c ਨੋਟ cos ਓਮੇਗਾ ਟੀ ਸਾਈਨ ਓਮੇਗਾ ਟੀ। ਇਹ ਸਾਈਨ a ਪਲੱਸ b ਬਣ ਜਾਏਗਾ, c ਨੋਟ ਕਾਮਨ। ਸਾਡੇ ਕੋਲ ਰਿਜ਼ਲਟਿੰਗ ਇਕੁਏਸ਼ਨ ਕੀ ਬਣ ਜਾਏਗੀ? x ਇਕੁਅਲ ਟੂ c ਨੋਟ ਸਾਈਨ ਓਮੇਗਾ ਟੀ ਪਲੱਸ ਫਾਈ ਨੋਟ। ਇਹ ਇਕੁਏਸ਼ਨ ਫਿਰ ਔਥੈਂਟੀਕੇਟ ਕਰਦੀ ਹੈ ਕਿ ਜਿਹੜਾ ਸਿੰਪਲ ਹਾਰਮੋਨਿਕ ਮੋਸ਼ਨ ਹੈ ਵਾਕਈ ਜਿਹੜਾ ਸਾਡੇ ਕੋਲ ਹਾਰਮੋਨਿਕ ਆਸੀਲੇਟਰ ਹੈ ਜਿਹਦੇ ਲਈ ਅਸੀਂ ਆਹ ਇਕੁਏਸ਼ਨ ਡਰਾਈਵ ਕੀਤੀ ਸੀ, ਉਹਦਾ ਜਿਹੜਾ ਮੋਸ਼ਨ ਉਹ ਵਾਕਈ ਸਿੰਪਲ ਹਾਰਮੋਨਿਕ ਹੈ, ਕਿਉਂਕਿ x again has been expressed in terms of
साइन फंक्शन साडे कोल जिहड़े दो कॉन्सटेंट ने सी नॉट ते फाई नॉट उन्हां दी जिहड़ियां वैल्यूज़ ने साडे कोले अर्बिट्रेरली जिहड़े पहले दो कॉन्सटेंट असीं पुट कीते सी असीं इन टर्म्स ऑफ दोज कॉन्सटेंट उन्हां असीं डिफाइन कर सकते हैं कैलकुलेट कर सकते हैं दोनों का स्केयर करके ऐड करो साडे कोल सी नॉट की वैल्यू आ जाएगी जो असीं इन्हूं डिवाइड कर देंगे सी नॉट नाल कैंसल हो जाएगी साडे कोल फाई नॉट की वैल्यू आ जाएगी इन टर्म्स ऑफ tan फाई देयरफॉर with this we want to conclude that we have discussed simple harmonic motion ਉਹਦੇ ਨਾਲ ਰਿਲੇਟਡ ਟਰਮਸ ਅਸੀਂ ਡਿਸਕਸ ਕੀਤੀਆਂ ਨੇ ਉਹਦੀ ਅਸੀਂ ਐਗਜ਼ਾਮਪਲ ਡਿਸਕਸ ਕੀਤੀ ਹੈ in the case of mechanical oscillator ਕਿਹੜਾ mechanical oscillator ਲਿਆ a mass attached to a spring ਅਸੀਂ ਇੱਕ differential equation ਬਣਾਈ then we solved that differential equation so with this I will compile this lecture. The next lecture shall be based on electrical oscillator. It will be separately discussed. So I again expect that in case of any problem, you will not hesitate to make any kind of query. So thank you once again. I wish you all the best. Thank you.